ਸਤਨਾਮ ਵਾਹਿਗੁਰੂ ਸਤਨਾਮ। ਧੰਨ ਵਾਹਿਗੁਰੂ हम अवगुण परे एक गुण नाही। अमृत छाड़ बिखै बिख खाई। माया मोह परम पै भूले। सुत दारा स्यों प्रीत लगाई। एक उत्तम पंथ सुनियो गुर संगत। तेह मिलंत जम त्रास मिटाई। एक अरदास पाठ कीरत की। गुर रामदास राखो शरणाई। दंडोत बंधन अनेक बार। सर्व कला समरथ। डोलन ते राखो प्रभु। नानक दे कर हथ। सज्जन सच्चा पातशाह। सिर शाहां दै साहो। जिस पास बैठिया सोहीए। सबना दावे साहो। सज्जन सच्चा पातशाह। सिर शाहां दै साहो। जिस पास बैठिया सोहीए। सबना दावे साहो। सतनाम श्री वाहिगुरु साहिब जी। सोही महला पंजवा। अनिक बींग दास के पर हरिया। कर किरपा प्रभ अपना करया। अनिक बींग दास के पर हरिया। कर किरपा प्रभ अपना करया। तुम्हें छड़ाए लियो जन अपना। उरज परयो जाल जग सुपना। रहाओ पर्वत दोख महाबिकराला। खिन मह दूर किए दयाला। सोग रोग विपत अत भारी। दूर पई जप नाम मुरारी। दृष्ट तार लीनो लड़ लाए। हर चरण गहे
ਨਾਨਕ ਸਰਨਾਏ। ਦ੍ਰਿਸ਼ਟ ਧਾਰ ਲੀਨੋ ਲੜ ਲਾਏ। ਹਰ ਚਰਨ ਗਏ ਨਾਨਕ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਰੋਜ਼ ਦੇ ਇਸ ਅਸਥਾਨ ਦੇ ਜੋ ਮਰਿਆਦਾ ਹੈ, ਨੇਮ ਹੈ, ਉਸ ਅਨੁਸਾਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਦਰ ਘਰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰ ਹੁਕਮ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ, ਅੱਜ ਦਾ ਇਹ ਪਵਿੱਤਰ ਸ਼ਬਦ ਪੰਚਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਉਹਨਾਂ ਦਾ ਸ਼ੁਕਰਾਨਾ ਹੀ ਕੀਤਾ ਹੈ ਕਿ ਜਿਨ੍ਹਾਂ ਨੇ ਅੰਦਰ ਦੇ ਛਲ ਕਪਟ ਫਰੇਬ ਤੋਂ ਬਚਾ ਲਿਆ। ਸੱਚ ਇਹ ਵੇ ਪਹਾੜ ਜਿੱਡੇ ਕੀਤੇ ਹੋਏ ਜਿਹੜੇ ਗੁਨਾਹ ਸਨ ਉਹ ਵੀ ਬਖਸ਼ ਦਿੱਤੇ ਤੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਆਪਣੇ ਨਾਲ ਮਿਲਾ ਲਿਆ, ਆਪਣੀ ਚਰਨ ਸ਼ਰਨ ਦੀ ਦਾਤ ਬਖਸ਼ੀ। ਆਓ ਇਸ ਅੰਮ੍ਰਿਤ ਬਚਨ ਨੂੰ ਆਪਾਂ ਅੱਜ ਵਿਚਾਰ ਸਕੀਏ। ਆਪ ਜਿਤਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋਭਾਏਮਾਨ ਹੋ, ਸਾਧ ਸੰਗਤ ਬਖਸ਼ੋ ਅਸੀਸ। ਹਜ਼ੂਰ ਆਪ ਵਿੱਚ ਵਰਤਨ, ਮਨ ਦਾ ਟਿਕਾ ਬਖਸ਼ ਕੇ, ਅੰਦਰ ਦੀ ਇਕਾਗਰਤਾ ਬਖਸ਼ ਕੇ ਸਤਿਗੁਰੂ ਆਪਣੇ ਸ਼ਬਦ ਦੀ ਵਿਚਾਰ ਆਪ ਹੀ ਕਰਾ ਲੈਣ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। फिर बख्शिश करो और असीस बख्श दे कोई उच्चारण करो जी, सतनाम श्री वाहिगुरु जी। सतनाम श्री वाहिगुरु साहिब जी। सूही महला पंजवा। श्री गुरु ग्रंथ साहिब जी दी अमृत बाणी विच सोही राग सतगुरां ने दर्ज कीता है ते विद्वान पुरुष ये कहंदे आ
ਕਿ ਇਹ ਰਾਗ ਮਿਲਾਪ ਦਾ ਰਾਗ ਹੈ। ਇਸ ਰਾਗ ਦੀ ਆਰੰਭਤਾ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਅੰਦਰੋਂ ਅੰਮ੍ਰਿਤ ਤੱਤ ਦੀ ਪ੍ਰਾਪਤੀ ਕਿਵੇਂ ਹੋਵੇ, ਉਸ ਦੇ ਇੱਕ ਜੁਗਤ, ਇੱਕ ਤਰੀਕਾ ਹਜ਼ੂਰ ਨੇ ਬਖਸ਼ਿਸ਼ ਕੀਤਾ ਹੈ। ਇਸ ਰਾਗ ਦੀ ਆਰੰਭਤਾ ਦਾ ਸ਼ਬਦ ਹੈ, ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧੈ ਕੋ ਜਾਵਹੁ। ਦੁੱਧ ਕਰਮ ਫਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵਹੁ। ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਦੂਸਰਾ, ਸਾਡੇ ਸਿੱਖ ਰਹਿਤ ਮਰਿਆਦਾ ਅਨੁਸਾਰ ਸਾਡੀ ਜ਼ਿੰਦਗੀ ਦੀ ਜਦੋਂ ਗ੍ਰਸਤ ਦੀ ਆਰੰਭਤਾ ਹੁੰਦੀ ਹੈ ਤੇ ਉਹ ਵੀ ਬਚਨ ਸਤਿਗੁਰਾਂ ਨੇ ਸੋਈ ਰਾਗ ਦੇ ਵਿੱਚ ਦਰਜ ਕੀਤੇ। ਮੈਂ ਅਰਜ਼ ਕੀਤੀ ਇਹ ਮਿਲਾਪ ਦਾ ਰਾਗ ਹੈ, ਜਿਸ ਵਿੱਚ ਅਸੀਂ 4 ਲਾਵਾਂ ਦਾ ਪਾਠ ਕਰਨੇ ਆ। ਉਹ ਵੀ ਸੋਈ ਰਾਗ ਵਿੱਚ ਹੈ, ਆਨੰਦ ਕਾਰਜ ਦੀ ਮਰਿਆਦਾ ਵੇਲੇ। ਜਿਹੜੇ ਅਸੀਂ ਕੁੜਮਾਈ ਨਾਲ ਸੰਬੰਧਿਤ ਸ਼ਬਦ ਪੜ੍ਹਨੇ ਆ, ਜਿਹਨੂੰ ਆਮ ਲੋਕ ਸ਼ਗਨ ਵਰਦੇ ਆ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਇਹ ਵੀ ਸੋਈ ਰਾਗ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤਾ ਹੈ। ਜਦੋਂ ਅਸੀਂ ਪਾਠ ਕਰਨੇ ਆ ਖਮ ਕਰ ਸਾਜਨ ਆਏ, ਇਹ ਵੀ ਹਜ਼ੂਰ ਨੇ ਸੋਈ ਰਾਗ ਵਿੱਚ ਹੀ ਦਰਜ ਕੀਤਾ ਹੈ। ਜਦੋਂ ਅਸੀਂ ਇਹ ਬਚਨ ਕਰਨੇ ਆ ਧਨ ਫਿਰ ਇਹ ਨਾ ਆਖੀਆਂ ਬੈਨ ਇਕੱਠੇ ਹੋਏ, ਉਹ ਵੀ ਸਤਿਗੁਰਾਂ ਨੇ ਸੋਈ ਰਾਗ ਦੇ ਵਿੱਚ ਹੀ ਦਰਜ ਕੀਤਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਮਿਲਾਪ ਦਾ ਰਾਗ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਇਸ ਰਾਗ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ, ਜੋ ਅੱਜ ਸਤਿਗੁਰਾਂ ਨੇ ਸਾਨੂੰ ਹੁਕਮ ਰੂਪ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਅਨਿਕ ਬੀਂਗ ਦਾਸ ਕੇ ਪਰ ਹਰਿਆ। ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਅਨਿਕ ਬੀਂਗ ਦਾਸ ਕੇ ਪਰ ਹਰਿਆ। ਅਨਿਕ ਦਾ ਲਫ਼ਜ਼ੀ ਅਰਥ ਹੈ ਜੀ ਅਨੇਕਾਂ। ਅੱਗੇ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ ਬੀਂਗ, ਇਹਦਾ ਲਫ਼ਜ਼ੀ ਅਰਥ ਟੇਢਾਪਨ ਹੈ। ਇਹਦਾ ਭਾਵ ਅਰਥ ਹੈ ਅੰਦਰ ਦਾ ਕਪਟ, ਅੰਦਰ ਦਾ ਮਕਾਰ, ਅੰਦਰ ਦਾ ਛਲ, ਅੰਦਰ ਦਾ ਫਰੇਬ। ਇਹ ਸਤਿਗੁਰੂ ਸਾਨੂੰ ਸਮੱਤ ਦੇ ਰਿਹਾ ਕਿ ਪਾਰ ਬ੍ਰਹਮ ਪਰਮੇਸ਼ਵਰ ਕਿੰਨੇ ਕੁ ਕਿਰਪਾਲੂ ਨੇ। ਇੱਥੇ ਆਪਣੇ ਆਪ ਤੇ ਟੁਕਾ ਕੇ ਮਹਾਰਾਜ ਇਹ ਸ਼ਬਦ ਕਹਿ ਰਿਹਾ ਕਿ ਅਨਕ ਬੀਂਗ ਦਾਸ ਕੇ ਪਰ ਹਰਿਆ। ਅਨੇਕਾਂ ਜਿਹੜੇ ਟੇਢਾਪਨ ਸੀ, ਅਨੇਕਾਂ ਜਿਹੜੇ ਵਲ ਸਨ, ਛਲ ਸਨ, ਫਰੇਬ ਸੀ, ਪਰ ਮੈਂ ਆਪ ਨੂੰ ਇੱਕ ਬੇਨਤੀ ਕਰਦਿਆਂ, ਇਹ ਗੁਰੂ ਅਰਜੁਨ ਦੇਵ ਸਾਨੂੰ ਸਮੱਤ ਦੇ ਰਿਹਾ। ਪਰ ਗੁਰੂ ਅਰਜੁਨ ਦੇਵ ਜੀ ਅੰਦਰ ਕੋਈ ਛਲ, ਕੋਈ ਕਪਟ, ਕੋਈ ਫਰੇਬ, ਉਹ ਤਾਂ ਇੱਥੋਂ ਤੱਕ ਬਖਸ਼ਿਸ਼ ਕਰਦੇ ਆ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਪਰ ਇਹ ਸਾਨੂੰ ਸਮੱਤ ਦੇਣ ਵਾਸਤੇ ਬਚਨ ਨੇ, ਕਿਉਂਕਿ ਗੁਰੂ ਅਰਜੁਨ ਦੇਵ ਜੀ ਨਾਲ ਕਪਟ ਖੇਡਦੇ ਰਹੇ ਲੋਕ, ਪਰ ਗੁਰੂ ਅਰਜੁਨ ਦੇਵ ਜੀ ਨੇ ਕਿਸੇ ਨਾਲ ਕਪਟ ਛਲ ਨਹੀਂ ਕੀਤਾ। ਮੈਂ ਥੋੜੀ ਜਿਹੀ ਆਰੰਭਤਾ ਵਿੱਚ, ਕਿਉਂਕਿ ਜਦੋਂ ਉਹਦੇ ਅਰਥ ਕਰਨੇ ਨੇ ਉੱਤਮ ਪੁਰਖ 'ਚ ਕਰਨੇ ਨੇ, ਜਿਵੇਂ ਮਹਾਰਾਜ ਅੱਜ ਬਚਨ ਕਹਿ ਰਹੇ ਨੇ ਅਨਿਕ ਬੀਂਗ ਦਾਸ ਕੇ ਪਰ ਹਰਿਆ, ਇਹਦਾ ਅਰਥ ਹੈ ਦਾਸ ਦੇ, ਸੇਵਕ ਦੇ, ਸਾਡੇ ਅਨੇਕਾਂ ਤਰ੍ਹਾਂ ਦੇ ਜਿਹੜੇ ਮਨ ਦੇ ਵਿੱਚ ਟੇਢਾਪਨ ਸੀ, ਛਲ ਸੀ, ਕਪਟ ਸੀ, ਉਹ ਸਤਿਗੁਰਾਂ ਨੇ, ਪਰਮਾਤਮਾ ਨੇ ਕਿਰਪਾ ਕਰਕੇ ਦੂਰ ਕਰ ਦਿੱਤਾ। ਮੈਂ ਥੋੜੀ ਜਿਹੀ ਆਰੰਭ 'ਚ ਬੇਨਤੀ ਫਿਰ ਕਰਨੀ ਚਾਹੁੰਦਾ ਹਾਂ ਕਿ ਗੁਰੂ ਅਰਜੁਨ ਦੇਵ ਜੀ ਨਾਲ ਮੀਨੇ ਛਲ ਕਰ ਰਹੇ ਆ। ਗੁਰੂ ਅਰਜੁਨ ਦੇਵ ਜੀ ਦੇ ਵਿਰੋਧੀ ਬਣੇ ਕੋਈ ਲੋਕ ਛਲ ਕਪਟ ਕਰਦੇ ਆ, ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਕਿਸੇ ਨਾਲ ਵੀ ਅੰਦਰ ਹੀ ਪ੍ਰਤੱਖ ਹਾਰਨੇ ਪਿਆਰਿਓ ਤੇ। ਉਹਨਾਂ ਬਾਰੇ ਤਾਂ ਭੱਟ ਸਾਹਿਬ ਕਹਿ ਰਹੇ ਆ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇਓ, ਪ੍ਰਤੱਛ ਹਿਰਦੈ ਗੁਰ ਅਰਜੁਨ ਕਹਿ ਖਰ ਪੂਰਨ ਬ੍ਰਹਮ ਨਿਵਾਸ ਲਿਓ। ਇਹ ਮੈਂ ਫਿਰ ਅਰਜ਼ ਹੈ
ਕਿ ਸਤਿਗੁਰੂ ਸਾਨੂੰ ਸਮੱਤ ਦੇ ਰਿਹਾ ਕਿ ਕਿਹੜੀਆਂ ਚੀਜ਼ਾਂ ਪਰਮਾਤਮਾ ਦੇ ਘਰ ਵਿੱਚ, ਰੂਹਾਨੀਅਤ ਦੇ ਮਾਰਗ ਵਿੱਚ, ਬੰਦਗੀ ਦੇ ਰਸਤੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੁਕਾਵਟਾਂ ਬਣਦੀਆਂ ਨੇ। ਉਸ ਵਿੱਚ ਸਭ ਤੋਂ ਪਹਿਲਾ ਗੱਲ ਹੈ ਅੰਦਰ ਦਾ ਕਪਟ, ਜਿਹਨੂੰ ਮੈਂ ਸ਼ਬਦ ਵਰਤਿਆ ਛਲ, ਜਾਂ ਇਹ ਸ਼ਬਦ ਵਰਤੀਏ ਅੰਦਰ ਦਾ ਫਰੇਬ, ਜਾਂ ਲਫ਼ਜ਼ ਵਰਤੀਏ ਮਕਾਰਪੁਣਾ। ਹੋਰ ਪੰਜਾਬੀ 'ਚ ਸਿੱਧੇ ਸ਼ਬਦ ਨੇ ਕਿ ਅੰਦਰ ਕੁਛ ਹੋਣਾ ਤੇ ਜ਼ਬਾਨ ਤੋਂ ਕੁਛ ਕਹਿ ਦੇਣਾ। ਇੱਥੇ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਮਿਹਰ ਕਰ ਰਿਹਾ ਕਿ ਪਰਮਾਤਮਾ ਨੇ, ਵਾਹਿਗੁਰੂ ਜੀ ਨੇ, ਪਰਮੇਸ਼ਵਰ ਜੀ ਨੇ ਸਾਡੇ ਤੇ ਕਿਰਪਾ ਕਰਕੇ ਕੀਤੀ। ਅਨੇਕ ਬੀਂਗ ਦਾਸ ਕੇ ਪਰ ਹਰਿਆ, ਜਿਹੜੇ ਅਨੇਕਾਂ ਅੰਦਰ ਛਲ ਕਪਟ ਫਰੇਬ ਸੀ, ਦਾਸ ਦਾ ਪਾਰ ਬ੍ਰਹਮ ਪਰਮੇਸ਼ਵਰ ਨੇ ਉਹ ਦੂਰ ਕਰ ਦਿੱਤਾ, ਉਹਨਾਂ ਤੋਂ ਸਾਨੂੰ ਮੁਕਤ ਕਰ ਦਿੱਤਾ। ਕਰ ਕਿਰਪਾ ਪ੍ਰਭ ਆਪਣਾ ਕਰਿਆ। ਮਹਾਰਾਜ ਜੀ ਬਖਸ਼ਿਸ਼ ਕਰ ਰਿਹਾ ਭਾਈ, ਇਸ ਵਿੱਚ ਸਾਡੀ ਆਪਣੀ ਕਮਾਈ ਕੀ ਹੈ? ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਕਿਰਪਾ ਕੀਤੀ, ਉਹਨਾਂ ਨੇ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ। ਇਸ ਬੇਨਤੀ ਨੂੰ ਫਿਰ ਧਿਆਨ ਨਾਲ ਸੁਣਿਓ ਗੁਰਮੁਖੋ, ਕਿਉਂਕਿ ਆਪਾਂ ਸ਼ਬਦ ਦੇ ਅਰਥਾਂ ਵਿੱਚ, ਸ਼ਬਦ ਦੀ ਵਿਚਾਰ ਦੇ ਦਾਇਰੇ ਵਿੱਚ ਹੀ ਰਹਿਣਾ ਹੈ। ਅਨੇਕਾਂ ਤਰ੍ਹਾਂ ਦੇ ਜਿਹੜੇ ਛਲ ਕਪਟ ਸਨ ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਦੂਰ ਕਰ ਦਿੱਤੇ। ਮਹਾਰਾਜ ਕਹਿ ਰਹੇ ਨੇ ਕਿਰਪਾ ਕੀਤੀ, ਤੇ ਕਿਰਪਾ ਕਰਕੇ ਪਰਮਾਤਮਾ ਨੇ ਸਾਨੂੰ ਆਪਣਾ ਬਣਾ ਲਿਆ। ਹੁਣ ਪਹਿਲੀ ਇਸ ਤੁਕ ਦੇ ਅਰਥ ਕਰਨ ਦੇ ਲਈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਚੋਂ ਕੁਝ ਬੇਨਤੀਆਂ ਨੇ। ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿੱਥੇ ਪਰਮੇਸ਼ਵਰ ਦੇ ਨਾਮ ਬਾਰੇ, ਪਰਮਾਤਮਾ ਦੀ ਭਗਤੀ ਬਾਰੇ, ਸਿਮਰਨ ਬਾਰੇ, ਸੇਵਾ ਬਾਰੇ, ਦੈਵੀ ਗੁਣਾਂ ਬਾਰੇ ਸਤਿਗੁਰਾਂ ਨੇ ਅਨੇਕਾਂ ਬਖਸ਼ਾਂ ਕੀਤੀਆਂ ਨੇ, ਉੱਥੇ ਪਿਆਰਿਓ ਕੁਝ ਚੀਜ਼ਾਂ ਐਸੀਆਂ ਨੇ ਸਾਡੀਆਂ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ। ਮੈਂ ਫਿਰ ਦੋ ਸ਼ਬਦ ਵਰਤਾਂਗਾ, ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ, ਕਿਉਂਕਿ ਉਹ ਚੀਜ਼ਾਂ ਜਦੋਂ ਅੰਦਰ ਫੁਰਨਾ ਖਿਆਲ ਜਾਂ ਮਨ ਵਿੱਚ ਆਉਂਦੀਆਂ ਨੇ ਤੇ ਕੁਦਰਤੀ ਤੌਰ ਤੇ ਉਹ ਖਿਆਲ ਸਾਡੇ ਸਰੀਰ ਦੇ ਉੱਪਰ ਹਰਕਤ ਕਰਨ ਦੇ ਲਈ ਵੀ ਸਾਨੂੰ ਪ੍ਰੇਰਦਾ ਹੈ। ਇਸ ਵਿੱਚ ਮੰਨ ਲਓ ਜਿਵੇਂ ਅਸੀਂ ਨਾਮ ਦੀ ਗੱਲ ਕਰਨੇ ਆ, ਸਿਮਰਨ ਸੇਵਾ ਦੀ ਗੱਲ ਕੀਤੀ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ, ਜੇ ਬੰਦਾ ਸੇਵਾ ਵੀ ਕਰੇ, ਧਰਮ ਪੋਥੀ ਵੀ ਪੜ੍ਹੇ, ਪੁਰਾਣ ਦਾ ਪਠਨ ਪਾਠਨ ਕਰੇ, ਪਰ ਜੇ ਉਹ ਬੰਦਾ ਇੰਨਾ ਕਰਮ ਕਰਕੇ ਵੀ ਫਿਜ਼ੀਕਲ ਤੌਰ ਤੇ ਉਹ ਪੜ੍ਹ ਰਿਹਾ ਹੈ, ਵਿਚਾਰ ਰਿਹਾ ਹੈ, ਸੇਵਾ ਕਰ ਰਿਹਾ ਹੈ, ਪਰ ਇੰਨਾ ਕੁਝ ਕਰਕੇ ਸੇਵਾ ਕਰਦਾ ਬੈਠਾ ਹੋਇਆ ਵੀ ਦੂਜੇ ਦੀ ਨਿੰਦਿਆ ਕਰ ਰਿਹਾ ਹੈ, ਯਾਦ ਰੱਖਿਓ ਇਹ ਇੱਕ ਰੋਗ ਹੈ। ਉਹਦੀ ਕੀਤੀ ਕੋਈ ਸੇਵਾ ਨੂੰ ਨੇਫਲ ਕਰ ਜਾਂਦਾ ਜਿੱਥੇ ਨਿੰਦਿਆ ਦੀ ਭੈੜੀ ਬਿਰਤੀ ਹੋਵੇ। ਮੈਂ ਬੇਨਤੀ ਜਿਹੜੀ ਕਰਨ ਲੱਗਾ ਅੱਜ ਕਿ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਅੱਜ ਛਲ ਦੀ, ਕਪਟ ਦੀ, ਟੇਢੇਪਨ ਦੀ ਗੱਲ ਕੀਤੀ। ਮਹਾਰਾਜ ਜੀ ਦਾ ਬਚਨ ਹੁੰਦਾ ਹੈ, ਤੈ ਨਰ ਕਿਆ ਪੁਰਾਨ ਸੁਨ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ। ਐ ਇਨਸਾਨ, ਤੂੰ ਧਰਮ ਗ੍ਰੰਥ ਪੜ੍ਹ ਰਿਹਾ ਹੈ, ਪਰ ਜੇ ਗ੍ਰੰਥ ਪੜ੍ਹ ਕੇ ਤੇਰੇ ਅੰਦਰ ਅਬਨਾਸ਼ੀ ਪਰਮਾਤਮਾ ਦੀ ਭਗਤੀ ਲਈ ਚਾਅ ਹੀ ਨਹੀਂ ਬਣਾ ਤੇ ਤੂੰ ਉਹਨੂੰ ਪ੍ਰੈਕਟੀਕਲ ਤੌਰ ਤੇ ਭਗਤੀ ਕੀਤੀ ਹੋਈ ਨਹੀਂ, ਤੇ ਫਿਰ ਤੇਰੇ ਧਰਮ ਗ੍ਰੰਥ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਪੜ੍ਹਨ ਦਾ ਕੀ ਫਾਇਦਾ? ਤੈ ਨਰ ਕਿਆ ਪੁਰਾਨ ਸੁਨ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਇਸ ਵੱਲ ਗੁਰਮੁਖੋ ਥੋੜੀ ਜਿਹੀ ਤਵੱਜੋ ਦਿਆ ਜੇ, ਕਿਉਂਕਿ ਖੈਨ ਇਹ ਸਾਡੇ ਮਨ ਦੇ ਸਾਰੇ ਫੁਰ ਨੇ। ਮਹਾਰਾਜ ਕਹਿੰਦੇ ਨੇ ਪੁਰਾਣ ਪੜ੍ਹ ਰਿਹਾ ਹੈ, ਪਰ ਨਾ ਕਾਮ ਦੀ ਬਿਰਤੀ ਤੇ ਫਰਕ ਪਿਆ, ਨਾ ਕ੍ਰੋਧ ਵਿੱਚ ਕੋਈ ਤਬਦੀਲੀ ਆਈ, ਤੇ ਨਾ ਅੰਦਰ ਲਾਲਚ ਵਾਲੇ ਜਿਹੜੇ ਫੁਰਨੇ ਨੇ ਉਹ ਸ਼ਾਂਤ ਹੋਏ। ਪਰ ਭਾਈ ਸਜਣਾ, ਇਹਨਾਂ ਚੀਜ਼ਾਂ ਨੇ ਤੇਰੇ ਅੰਦਰ ਪਰਮਾਤਮਾ ਦੀ ਭਗਤੀ ਦਾ ਉਮਾ ਹੀ ਨਹੀਂ ਬਣ ਦਿੱਤਾ। ਤੈ ਨਰ ਕਿਆ ਪੁਰਾਨ ਸੁਨ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੂਟੀ, ਨੇਫਲ ਭਈ ਸਭ ਸੇਵਾ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ, ਨੇਫਲ ਭਈ ਸਭ ਸੇਵਾ। ਇਹਦਾ ਮਤਲਬ ਇਨਸਾਨ ਫਿਜ਼ੀਕਲ ਤੌਰ ਤੇ ਕਰਮ ਕਰ ਰਿਹਾ ਸੇਵਾ ਦਾ,
ਪਰ ਅੰਦਰ ਜਿਹੜੇ ਫੁਰਨੇ ਚੱਲਦੇ ਪਏ ਨੇ, ਕਾਮ ਦੇ ਨੇ, ਕ੍ਰੋਧ ਦੇ ਨੇ, ਲੋਭ ਦੇ ਨੇ, ਨਿੰਦਿਆ ਦੇ ਨੇ। ਮਹਾਰਾਜ ਕਹਿੰਦੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਅਧਿਆਤਮਕਤਾ ਦੇ ਵਿੱਚ, ਰੂਹਾਨੀਅਤ ਦੇ ਵਿੱਚ, ਪਰਮਾਤਮਾ ਨੂੰ ਜਾਣ ਵਾਲਾ ਜਿਹੜਾ ਮਾਰਗ ਹੈ ਇਬਾਦਤ ਦਾ, ਇਹਦੇ ਵਿੱਚ ਇਹ ਚੀਜ਼ਾਂ ਬਹੁਤ ਵੱਡੀਆਂ ਰੁਕਾਵਟਾਂ ਨੇ। ਥੋੜਾ ਜਿਹਾ ਮੈਂ ਇਸ ਸੰਬੰਧੀ ਅਰਜ਼ ਹੋਰ ਕਰਨੀ ਚਾਹੁੰਦਾ। ਅੱਜ ਬਾਣੀ ਚੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਨੇ ਆ। ਕੱਲ ਵੀ ਇੱਕ ਪ੍ਰਮਾਣ ਹਜ਼ੂਰ ਦੀ ਬਾਣੀ ਚੋਂ ਅਰਜ਼ ਕੀਤਾ ਸੀ ਕਿ ਗੁਰਮੁਖੋ, ਸੱਚ ਇਹ ਵੇ ਕਪਟ ਇੱਕ ਐਸਾ ਹੈ ਜਿਹੜਾ ਬੰਦੇ ਦੇ ਅੰਦਰ ਨੂੰ ਕਦੀ ਵੀ ਰੂਹਾਨੀਅਤ ਵਿੱਚ ਭਿੱਜਣ ਨਹੀਂ ਦਿੰਦਾ। ਫਿਰ ਬੇਨਤੀ ਸੁਣੋ, ਕਪਟ ਦੇ ਅਰਥ ਮੈਂ ਕੀਤੇ ਨੇ ਕਿ ਮੂੰਹ ਤੋਂ ਕੁਝ ਬੰਦਾ ਕਹਿ ਰਿਹਾ ਹੈ ਤੇ ਅੰਦਰੋਂ ਸਾਰਾ ਦਿਨ ਟੇਢੀਆਂ ਮੇਢੀਆਂ ਚਾਲਾਂ ਹੀ ਚੱਲੀ ਜਾਂਦਾ ਹੈ। ਤੇ ਕਪਟੀ ਬੰਦਾ ਕਦੀ ਵੀ ਟਿਕ ਕੇ ਸ਼ਬਦ ਦਾ ਰਸ ਨਹੀਂ ਮਾਣ ਸਕਦਾ। ਮੈਂ ਇਹ ਸਤਿਗੁਰੂ ਦੀ ਬਾਣੀ ਚੋਂ ਅਰਜ਼ ਕਰ ਰਿਹਾ। ਜਿਸ ਬੰਦੇ ਨੇ ਸਵੇਰ ਤੋਂ ਸ਼ਾਮ ਤੱਕ ਇਹੀ ਸੋਚੀ ਜਾਣਾ ਹੈ ਕਿ ਫਲਾਣੇ ਬੰਦੇ ਨੂੰ ਥੱਲੇ ਕਿਵੇਂ ਲਾ ਸਕਨੇ ਆ, ਇਹਦਾ ਨੁਕਸਾਨ ਕਿਵੇਂ ਹੋ ਸਕਦਾ ਹੈ, ਇਹਦਾ ਅਪਮਾਨ ਕਿਵੇਂ ਹੋ ਸਕਦਾ ਹੈ, ਸੱਚ ਇਹ ਵੇ ਇਹ ਬੰਦਾ ਜਿਹੜਾ ਸੰਸਾਰ ਵਿੱਚ ਬਦਨਾਮ ਕਿਵੇਂ ਹੋ ਸਕਦਾ ਹੈ। ਉਹ ਗੁਰਮੁਖੋ, ਜਿਸ ਬੰਦੇ ਦੇ ਅੰਦਰ ਸਾਰਾ ਦਿਨ ਇਹ ਹੀ ਗੱਲਾਂ ਚੱਲਦੀਆਂ ਪਈਆਂ ਨੇ, ਉਸ ਬੰਦੇ ਦਾ ਅੰਦਰ ਕਦੋਂ ਟਿਕ ਕੇ ਸਤਿਗੁਰੂ ਦੇ ਨਿਤਨੇਮ ਦੀ ਬਾਣੀ ਵੀ ਜੁੜੇਗਾ? ਉਸ ਬੰਦੇ ਦਾ ਅੰਦਰ ਕਦੋਂ ਕੀਰਤਨ ਵੀ ਜੁੜੇਗਾ? ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਬਚਨ ਹੈ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਮਹਾਰਾਜ ਗੁਰੂ ਰਾਮਦਾਸ ਬਚਨ ਕਰ ਰਹੇ ਆ, ਕਹਿੰਦੇ ਨੇ ਕਿ ਮੇਰੇ ਗੁਰਸਿੱਖੋ, ਜਿਹੜਾ ਅੰਦਰ ਦਾ ਕਪਟ ਹੈ, ਅੰਦਰ ਦਾ ਛਾਲੇ ਨੂੰ ਤਿਆਗ ਦਿਓ, ਕਿਉਂਕਿ ਕਪਟ ਛਲ ਸਭ ਤੋਂ ਵੱਡੀ ਰੁਕਾਵਟ ਹੈ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ। ਨਿਸ਼ਕਪਟ ਹੋ ਕੇ, ਕਪਟ ਤੋਂ ਰਹਿਤ ਹੋ ਕੇ ਪਰਮਾਤਮਾ ਦੀ ਸੇਵਾ ਸਿਮਰਨ ਬੰਦਗੀ ਦੀ ਕਾਲ ਕਮਾਈ ਕਰੋ। ਤੇ ਸੱਚੇ ਪਾਤਸ਼ਾਹ ਜਿਹੜੇ ਬੰਦੇ ਨਿਕਪਟ ਹੋ ਕੇ, ਕਪਟ ਤੋਂ ਰਹਿਤ ਹੋ ਕੇ ਘਾਲਣਾ ਘਾਲਦੇ ਆ, ਤੇ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਇਹੋ ਜੈ ਜਗਿਆਸੂ ਜਨ ਸੱਚੀ ਮੁੱਚੀ ਜਿਉਂਦੇ ਜੀ ਨਿਹਾਲ ਹੋ ਜਾਂਦੇ ਆ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ। ਤੇ ਮਹਾਰਾਜ ਕਹਿੰਦੇ ਨਿਹਾਲ ਨਿਹਾਲ ਨਿਹਾਲ, 3 ਵਾਰੀ ਸ਼ਬਦ ਵਰਤਿਆ ਭਾਈ। ਤੁਸੀਂ ਨਿਹਾਲ ਹੋ ਜਾਓਗੇ, ਨਿਹਾਲ ਹੋਵੋਗੇ, ਪਰਮਾਤਮਾ ਦੀ ਤਰਸ ਵਰਤੇਗਾ, ਪਰ ਅੰਦਰ ਦੇ ਕਪਟ ਨੂੰ ਛੱਡ ਦਈਏ। ਕਈ ਵਾਰੀ ਜਦੋਂ ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ ਤੇ ਸੋਚੀਦਾ ਹੈ ਬੰਦਾ ਵਾਹਿਗੁਰੂ ਕਹਿੰਦਾ ਇਹ ਤਾਂ ਕਪਟੀ ਨਹੀਂ ਹੋਣਾ, ਇਹ ਤਾਂ ਬਹੁਤ ਬਾਣੀ ਬੋਲਦਾ, ਇਹ ਨਹੀਂ ਹੋਣਾ। ਨਹੀਂ ਪਿਆਰਿਓ, ਖਰ ਹਰ ਕਰੈ ਨਿਤ ਕਪਟ ਕਮਾਵੇਂ ਹਿਰਦਾ ਸੁਧ ਨਾ ਹੋਈ। ਕਿ ਬੰਦਾ ਜ਼ਬਾਨ ਤੋਂ ਖਰੀ ਖਰੀ ਬੋਲ ਰਿਹਾ ਪਰ ਅੰਦਰ ਤਾਂ ਉਹਦੇ ਕਪਟ ਚੱਲ ਰਿਹਾ, ਉਹਦੇ ਅੰਦਰ ਵਲਛਲ ਚੱਲ ਰਿਹਾ। ਫਿਰ ਇੱਕ ਸਵਾਲ ਉੱਠਦਾ ਜੀ, ਬਾਹਰੋਂ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਨਾ, ਰਾਮ ਰਾਮ ਤਾਂ ਬੋਲ ਰਿਹਾ ਨਾ, ਅੱਲਾ ਅੱਲਾ ਤਾਂ ਬੋਲ ਰਿਹਾ। ਧਰਮ ਕੋਈ ਵੀ ਹੋਵੇ, ਜਿਸ ਥਾਂ ਤੇ ਕਪਟ ਹੈ, ਚੇਤੇ ਰੱਖੋ ਗੁਰਮੁਖੋ, ਚੰਗਿਆਈਆਂ ਤੇ ਬੁਰਾਈਆਂ ਇੱਕੋ ਜਿਹੀ ਅਸਰ ਕਰਦੀਆਂ ਨੇ। ਮੈਂ ਇੱਥੇ ਇੱਕ ਉਦਾਹਰਨ ਆਪ ਜੀ ਨੂੰ ਦੇਣੀ ਚਾਹੁੰਦਾ ਇਤਿਹਾਸ ਵਿੱਚੋਂ। ਚਲੋ ਗੱਲ ਸੌਖੀ ਹੋਰ ਸਮਝ ਪੈ ਜਾਂਦੀ ਹੈ, ਕਿਉਂਕਿ ਅੱਜ ਭਾਵੇਂ ਸ਼ਬਦ ਸਾਰਾ ਪੋਜ਼ਿਟਿਵ ਹੈ ਕਿ ਸਾਡੇ ਕਪਟ ਨੂੰ ਦੂਰ ਕੀਤਾ, ਦੁੱਖ ਦੂਰ ਕੀਤੇ, ਪਰ ਥੋੜੀ ਜਿਹੀ ਬੇਨਤੀ ਮੈਂ ਕਰਨੀ ਚਾਹੁੰਦਾ ਸਾਂ ਵੀ ਕਪਟ ਕਿੰਨਾ ਕੁ ਬੰਦੇ ਦਾ ਨੁਕਸਾਨ ਕਰਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਜੀ, ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਅੱਜ ਮੈਂ 2 ਬਚਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਉਹਨਾਂ ਦੀ ਜੀਵਨੀ ਵਿੱਚੋਂ ਸਾਂਝੇ ਕਰਨੇ ਨੇ ਤੇ ਇੱਕ ਅਰਜ਼ ਕਰਨਾ, ਗੁਰਸਿੱਖੋ, ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਅਸੀਂ ਨਹੀਂ ਕੇਵਲ ਕਹਿ ਲਿਆ ਆਪਾਂ ਸਿੱਖਾਂ, ਤਾਂ ਸੱਚੀ ਮੁੱਚੀ ਕੋਈ ਬੰਦਾ ਇਨਸਾਫ ਦੇ ਤਰਾਜ਼ੂ ਨੂੰ ਤੋਲਣ ਵਾਲਾ, ਬਾਦਸ਼ਾਹ ਦਰਵੇਸ਼, ਹੱਕ ਰਾਹ ਮਹਿਬੂਬ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਜੀਵਨ ਨੂੰ ਪੜ੍ਹੇ। ਸੱਚ ਇਹ ਵੇ ਕਿ ਉਹ ਇਨਸਾਨ ਆਪਣੇ ਆਤਮਿਕ ਤੌਰ ਤੇ ਪੁਕਾਰ ਕੇ ਕਹੇਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਸੰਸਾਰ ਵਿੱਚ ਕੋਈ ਵੀ ਹੋਰ ਨਹੀਂ, ਸਿਰਫ ਉਹੀ ਨੇ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ। ਇਹ ਬੜੀ ਵਾਰੀ ਸੀ ਸ਼ਬਦ ਪੜ੍ਹਨੇ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਕੇਲਾ ਦਾ ਲਫ਼ਜ਼ੀ ਅਰਥ ਤਾਂ ਕੱਲਾ ਹੀ ਹੈ ਨਾ ਜੀ। ਫਿਰ ਅਰਥ ਸੁਣਿਓ, ਇਹ ਤੁਕ ਬੜੀ ਵਾਰੀ ਪੜ੍ਹ ਰਹੇ ਆ, ਵਰਿਆਮ ਇਕੇਲਾ,
ਉਹ ਗੁਰਮੁਖੋ ਇਕੱਲੇ ਦਾ ਅਰਥ ਇਹ ਹੈ, ਜਿੰਨੀ ਕੋਈ ਸਮਝ ਪਈ ਕਿ ਸੱਚ ਇਹ ਵੇ ਉਹ ਮਰਦ ਅਗੰਬੜਾ ਵਰਿਆਮ ਆਪੇ ਗੁਰਚੇਲਾ, ਉਸ ਦੀ ਦੁਨੀਆ ਵਿੱਚ ਕਿਸੇ ਨਾਲ ਤਸ਼ਬੀਹ ਨਹੀਂ ਕੀਤੀ ਜਾ ਸਕਦੀ, ਉਸ ਦੀ ਦੁਨੀਆ ਵਿੱਚ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਉਸ ਦੀ ਦੁਨੀਆ ਵਿੱਚ ਕਿਸੇ ਦੇ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ, ਉਸ ਦੇ ਬਰਾਬਰ ਕਿਸੇ ਪੈਗੰਬਰ ਨੂੰ ਖੜਿਆਂ ਕਰਕੇ ਨਹੀਂ ਕਿਹਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਨੂੰ ਪੜ੍ਹਨਾ ਉਹ ਐਸੇ ਨੇ, ਸੱਚੀ ਮੁੱਚੀ ਗੁਰੂ ਗੋਬਿੰਦ ਸਿੰਘ ਅਕੇਲੇ ਨੇ। ਇਹਦਾ ਮਤਲਬ ਕਿ ਉਹਨਾਂ ਵਰਗਾ ਮਰਦ ਅਗੰਬੜਾ ਤੇ ਵਰਿਆਮ ਹੋਰ ਦੂਜਾ ਕੋਈ ਵੀ ਨਹੀਂ। ਇਹ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਉੱਥੇ ਉਹਨਾਂ ਸ਼ਬਦ ਇਕੇਲਾ ਵਰਤਿਆ ਹੈ। ਹਜ਼ੂਰ ਜਦੋਂ ਜ਼ਫਰਨਾਮਾ ਲਿਖਦੇ ਆ, ਉਸ ਵਿੱਚ ਜ਼ਿਆਦਾ ਬਿਰਤਾਂਤ ਤਾਂ ਚਮਕੌਰ ਦੀ ਗੜੀ ਦਾ ਹੈ ਜੀ, ਜਿਸ ਵਿੱਚ ਹਜ਼ੂਰ ਨੇ ਜ਼ਿਕਰ ਕੀਤਾ ਜੰਗ ਦਾ, ਜਿਸ ਵਿੱਚ ਨਾਰ ਖਾਨ ਦਾ ਜ਼ਿਕਰ ਕਰਦੇ ਆ, ਖਵਾਜਾ ਮਹਿਮੂਦ ਜਿਹਨੂੰ ਕਹਿੰਦੇ ਆ ਮਰਦੂਦ, ਉਹਦਾ ਜ਼ਿਕਰ ਕਰਦੇ ਆ। ਪਰ ਉਸ ਵਿੱਚ ਜ਼ਿਆਦਾਤਰ ਜਿਹੜੇ ਸ਼ੇਰ ਨੇ ਉਹ ਜੰਗ ਤੋਂ ਇਲਾਵਾ ਔਰੰਗਜ਼ੇਬ ਨੂੰ ਸਮੱਤ ਦਿੰਦੇ ਪਏ ਨੇ। ਉਹ ਬੰਦਿਆ, ਤੂੰ ਆਪਣੇ ਹੱਥ 'ਚ ਤਸਬੀਹ ਪਕੜੀ ਬੈਠਾ, ਤੂੰ ਕੁਰਾਨ ਦੇ ਹਵਾਲੇ ਦੇਣਾ। ਇਹ ਮੈਂ ਆਪਣੇ ਕੋਲੋਂ ਨਹੀਂ, ਸ਼ਬਦ ਗੁਰੂ ਸਾਹਿਬ ਦੇ ਆ। ਮਹਾਰਾਜ ਸ਼ੁਰੂ ਇੱਥੋਂ ਕਰਦੇ ਆ, ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਸ ਦ ਗਵਾ ਅਸਤ ਯਜਦਾ ਯਕੇਸਤ ਨਾ ਕਤਰਾ ਮਰਾ ਇਤਬਾਰੇ ਬਰੋਸਤ ਕਿ ਬਖਸ਼ੀ ਵਾ ਦਿਵਾ ਖਮਾ ਕਿਜ਼ਬ ਗੋਸਤ। ਥੋੜੇ ਜਿਹੇ ਦੇ ਅਰਜ਼ ਕਰ ਦੇਣਾ। ਮਹਾਰਾਜ ਕਹਿੰਦੇ ਨਾ ਕਤਰਾ ਮਰਾ ਇਤਬਾਰੇ ਬਰੋਸਤ। ਕਤਰਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਜਿਹਨੂੰ ਬੂੰਦ ਕਹਿੰਦੇ ਆ, ਥੋੜਾ ਜਿਹਾ। ਕਹਿੰਦੇ ਤੇਰੀਆਂ ਸੌਵਾਂ ਤੇ ਤੇਰੀਆਂ ਕਸਮਾਂ ਤੇ ਇੱਕ ਕਤਰਾ ਜਿੰਨਾ ਥੋੜੇ ਤੋਂ ਥੋੜਾ ਵੀ ਯਕੀਨ ਨਹੀਂ ਕੀਤਾ ਜਾ ਸਕਦਾ। ਕਿਉਂ ਜੀ? ਅੱਗੇ ਮਹਾਰਾਜ ਕਹਿੰਦੇ ਨਾ ਕਤਰਾ ਮਾਰਾ ਇਤਬਾਰੇ ਬਰੋਸਤ ਕਿ ਬਖਸ਼ੀ ਵਾਂ ਦੀਵਾਂ ਹਮਾ ਕਿਜ਼ਬ ਗੋਸਤ। ਤੇਰੇ ਸੈਨਾਪਤੀ, ਤੇਰੇ ਵਜ਼ੀਰ, ਸਿੱਧੀ ਗੱਲ ਤੇਰੇ ਬਖਸ਼ੀ ਤੇ ਤੇਰੇ ਦੀਵਾਨ ਸਾਰੇ ਦੇ ਸਾਰੇ ਝੂਠ ਬੋਲਣ ਵਾਲੇ ਨੇ। ਝੂਠ ਬੋਲਣ ਵਾਲੇ ਬੰਦਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਇਹ ਸਹੁੰ ਅੰਦਰੋਂ ਚੁੱਕਦੇ ਹੋਣਗੇ। ਉਸ ਵਿੱਚ ਸਤਿਗੁਰਾਂ ਦਾ ਇੱਕ ਸ਼ੇਰ ਹੈ। ਮੈਂ ਫਿਰ ਅਰਜ਼ ਕਰਾਂਗਾ, ਗੱਲ ਚੱਲੀ ਅੱਜ ਪਹਿਲਾ ਕਪਟ ਦੀ, ਤੇ ਕੇਵਲ ਆਪ ਜੀ ਲਈ ਨਹੀਂ, ਇਹ ਸਾਡੇ ਸਭ ਤੇ ਲਾਗੂ ਹੁੰਦਾ ਹੈ। ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਖਾਮੂ ਮਰਦ ਬਾਇਦ ਸ਼ਬਦ ਸੁਖਨਵਰ। ਉਪਦੇਸ਼ ਦਿੰਦੇ ਪਏ ਨੇ, ਔਰੰਗਜ਼ੇਬ ਨੂੰ ਸਮੱਤ ਦੇ ਰਹੇ ਨੇ, ਸਮਝੋ। ਖਾਮੂ ਮਰਦ ਬਾਇਦ ਸ਼ਬਦ ਸੁਖਨਵਰ, ਕਿ ਇਹਦਾ ਅਰਥ ਹੈ ਮਰਦ ਨੂੰ ਚਾਹੀਦਾ ਹੈ, ਚੰਗੇ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੁਖਨ ਦਾ ਪੱਕਾ ਹੋਵੇ। ਸੁਖਨਵਰ, ਸੁਖਨ ਦਾ ਅਰਥ ਅਸੀਂ ਬੋਲ ਕਰਾਂਗੇ ਕਿ ਚੰਗਾ ਬੰਦਾ, ਮਰਦ ਬੰਦਾ, ਦਲੇਰ ਬੰਦਾ, ਜੀਵਨ ਵਾਲਾ ਬੰਦਾ ਹੋਵੇ ਜਿਹੜਾ ਆਪਣੇ ਬਚਨਾਂ ਦਾ ਬਲੀ ਹੈ, ਆਪਣੀ ਜ਼ਬਾਨ ਦਾ ਪੱਕਾ ਹੈ। ਹਮੂ ਮਰਦ ਬਾਇਦ ਸ਼ਬਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਨਾ ਸ਼ਿਕਮੇ ਦਿਗਰ, ਸ਼ਿਕਮੇ ਦਾ ਅਰਥ ਕਰਾਂਗੇ ਪੇਟ ਤੇ ਦਹਾਨੇ ਦਾ ਅਰਥ ਮੂੰਹ। ਇਹਦਾ ਅਰਥ ਇਹ ਹੋ ਗਿਆ ਉਹ ਬੰਦਾ ਕਾਹਦਾ ਹੋਏ, ਔਰੰਗਜ਼ੇਬ ਜਿਹੜਾ ਢਿੱਡ ਵਿੱਚ ਕੁਝ ਰੱਖੇ ਕਪਟ ਕਰਕੇ ਤੇ ਮੂੰਹ ਤੋਂ ਕੁਝ ਬੋਲੇ, ਜਿਹਦਾ ਮੂੰਹ ਤੇ ਮਨ ਅੰਦਰੋਂ ਮੇਲ ਨਹੀਂ ਖਾਂਦਾ, ਉਹ ਬੰਦਾ ਮਰਦ ਕਹਾਣ ਦਾ ਹੱਕਦਾਰ ਵੀ ਨਹੀਂ। ਮੈਂ ਆਪ ਨੂੰ ਤਾਂ ਬੇਨਤੀ ਕੀਤੀ, ਕਪਟ ਛਲ ਕਿਹਨੂੰ ਕਰਕੇ ਬੰਦਾ ਦਿਖਾਉਂਦਾ ਪਿਆ ਹੈ। ਉਹ ਇਹ ਜਿਹੜੀ ਘਟਨਾ ਮੈਂ ਆਪ ਨਾਲ ਸਾਂਝੀ ਕਰਨ ਲੱਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਹਾਦਰ ਸ਼ਾਹ ਨੂੰ ਫਤਿਹ ਮਿਲ ਜਾਂਦੀ ਹੈ, ਆਗਰੇ ਦੀ ਧਰਤੀ ਤੇ ਮੇਲ ਹੁੰਦਾ ਹੈ। ਸਾਡੇ ਜਿਹੜੇ ਪੁਰਾਣੇ ਗੁਰਮੁਖੀ ਸਰੋਤ ਨੇ ਇਤਿਹਾਸ ਦੇ, ਉਹ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਕਰੀਬਨ 4 ਮਹੀਨੇ ਦੇ ਕਰੀਬ ਆਗਰੇ ਦੀ ਧਰਤੀ ਤੇ ਰਹੇ ਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਹਾਦਰ ਸ਼ਾਹ ਦੀ ਤਖਤ ਨਸ਼ੀਨੀ ਹੈ, ਉਸ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਮਹਾਰਾਜ ਉੱਥੇ ਗਏ ਆ। ਸਤਿਗੁਰਾਂ ਨੂੰ ਬਾਹਰ ਮੁਖੀ ਬਹੁਤ ਮਾਨ ਸਨਮਾਨ ਦਿੱਤਾ। ਇੱਥੇ ਬੜੀਆਂ ਘਟਨਾਵਾਂ ਵਾਪਰੀਆਂ। ਇੱਥੇ ਸਤਿਗੁਰਾਂ ਨੇ ਬਹਾਦਰ ਸ਼ਾਹ ਨੂੰ ਵੀ ਸਮੱਤ ਦਿੱਤੀ ਹੈ। ਮੈਂ 2 ਘਟਨਾਵਾਂ ਬੜੀਆਂ ਸਰਲ ਜੀਆਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਪਰ ਸ਼ਬਦ ਤੋਂ ਦੂਰ ਜਾ ਕੇ ਨਹੀਂ, ਇਸ ਕਰਕੇ ਵੀ ਸ਼ਬਦ ਦੀ ਸਮਝ ਅਰਥ ਖੋਲ੍ਹਣ ਵਿੱਚ ਸੁਖਾਈ ਹੋ ਜਾਂਦੀ ਹੈ। ਇੱਕ ਤਾਂ ਮਹਾਰਾਜ ਜਦੋਂ ਬਹਾਦਰ ਸ਼ਾਹ ਦਾ ਉਹ ਸਾਰਾ ਇਕੱਠ ਹੁੰਦਾ ਹੈ, ਉੱਥੇ ਮਹਾਰਾਜ ਪਹੁੰਚਦੇ ਆ। ਉੱਥੇ ਕਾਜ਼ੀ, ਮੌਲਵੀ,
ਉਹਦੇ ਜਿਹੜੇ ਚੰਗੇ ਚੰਗੇ ਬੰਦੇ ਨੇ ਉਹ ਸਾਰੇ ਉਹਦੇ ਦਰਬਾਰ ਵਿੱਚ, ਮੈਂ ਸ਼ਬਦ ਵਰਤਾਂਗਾ ਉਹਦੇ ਦਰਬਾਰ ਵਿੱਚ, ਬਹਾਦਰ ਸ਼ਾਹ ਦੇ ਉੱਥੇ ਬੈਠੇ ਆ ਤੇ ਸਤਿਗੁਰੂ ਜੀ ਜੋ ਕੋਈ ਸਵਾਲ ਕਰਦੇ ਨੇ ਉਹਨਾਂ ਦਾ ਉੱਤਰ ਦਿੰਦੇ ਨੇ। ਉੱਥੇ ਦੀਨ ਦੀ, ਧਰਮ ਦੀ, ਮਜ਼ਹਬ ਦੀ ਗੱਲ ਚੱਲਦੀ ਤੇ ਗੁਰੂ ਗੋਬਿੰਦ ਸਿੰਘ ਹਰ ਪ੍ਰਸ਼ਨ ਦਾ ਉੱਤਰ ਦਿੰਦੇ ਆ। ਪਰ ਗੁਰਮਖੋ, ਉੱਥੇ ਇੱਕ ਮੌਲਵੀ ਬੈਠਾ ਸੀ, ਕੋਈ ਸਜਦ ਲਿਖਦੇ ਆ, ਉਹ ਅਸਲ 'ਚ ਸਰਹਿੰਦ ਦਾ ਰਹਿਣ ਵਾਲਾ ਸੀ। ਉਸ ਦੇ ਮਨ 'ਚ ਜਿਉਂ-ਜਿਉਂ ਸਤਿਗੁਰਾਂ ਦਾ ਸਨਮਾਨ ਹੋ ਰਿਹਾ, ਅਦਬ ਹੋ ਰਿਹਾ, ਉਹਦੇ ਅੰਦਰ ਪਤਾ ਨਹੀਂ ਈਰਖਾ ਦੀ ਅੱਗ ਜਿਹੜੀ ਉਹ ਭਾਂਬੜ ਬਲੀ ਜਾ ਰਹੇ ਨੇ। ਯਾਦ ਰੱਖੋ, ਕੁਝ ਬੰਦੇ ਪਤਾ ਨਹੀਂ ਵਾਹਿਗੁਰੂ ਨੇ ਧਰਤੀ ਤੇ ਇਹੋ ਜਿਹੇ ਪੈਦਾ ਕੀਤੇ ਆ ਜਿਨ੍ਹਾਂ ਦਾ ਆਪਣਾ ਫੀਲਡ ਵੀ ਨਹੀਂ ਹੁੰਦਾ, ਆਪਣਾ ਕਰਮ ਕਰਨ ਦਾ ਖੇਤਰ ਵੀ ਨਹੀਂ ਹੁੰਦਾ। ਕਿਸੇ ਦੂਜੇ ਫੀਲਡ ਵਿੱਚ ਵੀ ਬੰਦਾ ਤਰੱਕੀ ਕਰ ਜਾਏ ਨਾ, ਉਹ ਅੰਦਰੋਂ ਬੈਠੇ ਐਵੇਂ ਕਲਪੀ ਜਾਂਦੇ ਨੇ, ਹਾਲਾਂਕਿ ਉਹ ਕਿਸੇ ਰੇਸ ਵਿੱਚ ਹੁੰਦੇ ਵੀ ਨਹੀਂ। ਮੇਰੀ ਫਿਰ ਅਰਜ਼ ਹੈ, ਭਾਵੇਂ ਉਹ ਕੋਈ ਫੀਲਡ ਹੋਵੇ, ਕੋਈ ਬੰਦਾ ਤਰੱਕੀ ਕਰ ਜਾਏ ਵਿਦਿਆ ਦੇ ਤੌਰ ਤੇ, ਪਦਵੀ ਦੇ ਤੌਰ ਤੇ, ਕੁਛ ਹੋਵੇ, ਕੁਝ ਬੰਦਿਆਂ ਦੇ ਅੰਦਰ ਪਤਾ ਨਹੀਂ ਵਾਹਿਗੁਰੂ ਕੀ ਖੇਡ ਇੱਕ ਪੰਜਵੀਂ ਪਸਲੀ ਇਹੋ ਜਿਹੀ ਰੱਖ ਦਿੱਤੀ ਏ ਜਿਨ੍ਹਾਂ ਦਾ ਸੁਭਾਅ ਹੀ ਹੈ ਕਿ ਕਿਸੇ ਨੂੰ ਵੀ ਅੱਗੇ ਵੱਧਦਿਆਂ ਹੋਇਆਂ ਬਰਦਾਸ਼ਤ ਨਹੀਂ ਕਰਨਾ। ਇਹਨੂੰ ਬਾਣੀ 'ਚ ਇਉਂ ਕਹਿ ਲੋ, ਆਪ ਨਾ ਦੇ ਚੁਰੂ ਬਰਪਾਨੀ ਤੇ ਨਿੰਦੇ ਜੇ ਗੰਗਾ ਆਨੀ। ਆਪ ਕਦੀ ਕਿਸੇ ਨੂੰ ਚੁਲੀ ਪਾਣੀ ਦੀ ਨਹੀਂ ਦਿੱਤੀ ਤੇ ਨਿੰਦਿਆ ਉਹਦੀ ਕਰਨ ਲੱਗ ਪੈਂਦੇ ਨੇ ਜਿਹਨੇ ਗੰਗਾ ਵਰਗੀ ਭਗੀਰਥ ਨੇ ਨਦੀ ਲੈ ਆਂਦੀ ਹੋਵੇ। ਮੇਰੀ ਫਿਰ ਬੇਨਤੀ ਹੈ, ਇਹ ਇੱਕ ਬੜੀ ਵੱਡੀ ਕਮਜ਼ੋਰੀ ਹੈ ਇਨਸਾਨ ਦੀ। ਇਹ ਬੜਾ ਵੱਡਾ ਇੱਕ ਵਕਾਰ ਹੈ ਕਿ ਕਿਸੇ ਦੀ ਤਰੱਕੀ ਨੂੰ ਵੇਖ ਕੇ ਅੰਦਰੋਂ ਅੰਦਰ ਐਵੇਂ ਸੜੀ ਜਾਣਾ। ਉਂਝ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਪਰਮਾਤਮਾ ਦੀ ਦਿੱਤੀ ਹੋਈ ਕਿਸੇ ਨੂੰ ਦਾਤ ਜਦੋਂ ਮਿਲਦੀ ਹੈ, ਉਹਨੂੰ ਵੇਖ ਕੇ ਕਲਪਦਾ ਹੈ, ਈਰਖਾ ਕਰਦਾ ਹੈ, ਉਹਨੂੰ ਬਦਨਾਮ ਕਰਦਾ ਹੈ। ਮਹਾਰਾਜ ਕਹਿੰਦੇ ਪਰਮੇਸ਼ਵਰ ਜੀ ਉਹਦੇ ਤੇ ਕਰੋਪ ਹੋ ਜਾਂਦੇ ਨੇ, ਗੁੱਸੇ ਹੋ ਜਾਂਦੇ ਨੇ। ਕਿਉਂ? ਕਹਿੰਦੇ ਨੇ ਦਾਤ ਮੈਂ ਦਿੱਤੀ ਤੇ ਮੇਰੀ ਦਿੱਤੀ ਦਾਤ ਨੂੰ ਤੈਨੂੰ ਤਕਲੀਫ ਕਿਉਂ ਹੁੰਦੀ ਪਈ ਹੈ। ਮੈਂ ਲਫ਼ਜ਼ ਸਿੱਧੇ ਵਰਤਾਂ ਵੀ ਤੈਨੂੰ ਕਿਉਂ ਅੰਦਰੋਂ ਈਰਖਾ ਹੋ ਰਹੀ ਹੈ। ਜਦੋਂ ਮਹਾਰਾਜ ਹਰ ਇੱਕ ਦਾ ਉੱਤਰ ਦੇ ਰਹੇ ਆ, ਸਭ ਨੂੰ ਸਮੱਤ ਦੇ ਰਹੇ ਆ, ਉਸ ਮੌਲਵੀ ਤੋਂ ਬਰਦਾਸ਼ਤ ਨਹੀਂ ਹੋਇਆ। ਉਹਨੇ ਭਰੀ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਪ੍ਰਸ਼ਨ ਕੀਤਾ। ਕਹਿੰਦਾ ਜੀ ਮੇਰਾ ਇੱਕ ਸਵਾਲ ਹੈ, ਪ੍ਰਸ਼ਨ ਹੈ। ਹਜ਼ੂਰ ਕਹਿੰਦੇ ਦੱਸੋ। ਕਹਿਣ ਲੱਗੇ ਤੁਹਾਨੂੰ ਪੀਰ ਕਿਹਾ ਜਾਂਦਾ। ਉਹਨੇ ਸ਼ਬਦ ਆਪਣੀ ਵਰਤਨੇ ਸਾਂ, ਆਪਾਂ ਤਾਂ ਸਤਿਗੁਰੂ ਕਹਿੰਦੇ ਹਾਂ। ਸਾਡੀ ਸਿੱਖ ਭਾਵਨਾ ਤਾਂ ਕਹਿੰਦੀ ਹੈ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਕਹਿੰਦਾ ਜੀ ਸੁਣਿਆ ਹੈ ਕਿ ਪੀਰ ਅਜ਼ਮਤ ਦਿਖਾਉਂਦੇ ਨੇ ਸਾਡੇ 'ਚ। ਅਸੀਂ ਦੇਖਨੇ ਹਾਂ ਕਿ ਸਾਡੇ 'ਚ ਪੀਰ ਫਕੀਰ ਦਰਵੇਸ਼ ਜਿਹੜੇ ਨੇ ਉਹ ਮੌਜ ਦੇ ਅਜ਼ਮਤ ਕੌਲੋ ਕਰਾਮਾਤ ਦਿਖਾਉਂਦੇ ਆ। ਤੇ ਮੇਰਾ ਇੱਕ ਸਵਾਲ ਹੈ ਕਿ ਤੁਹਾਡਾ ਬਹੁਤ ਰੂਹਾਨੀਅਤ ਵਿੱਚ ਕਿਆ ਉੱਚਾ ਦਰਜਾ ਹੈ ਤੇ ਸਾਨੂੰ ਕੋਈ ਕਰਾਮਾਤ ਦਿਖਾਓ। ਕਰਾਮਾਤ ਕੀ ਹੈ? ਮਹਾਰਾਜ ਜੀ ਉਹਦਾ ਪ੍ਰਸ਼ਨ ਸੁਣ ਕੇ ਪਹਿਲਾਂ ਮੁਸਕਰਾ ਕੇ, ਤੇ ਉਹ ਕਿਉਂਕਿ ਉਹ ਪ੍ਰਸ਼ਨ ਇਸ ਕਰਕੇ ਨਹੀਂ ਕਰ ਰਿਹਾ, ਉਹਨੇ ਕੁਝ ਸਿੱਖਣਾ ਹੈ। ਉਹਦਾ ਸਵਾਲ ਇਸ ਕਰਕੇ ਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਭਰੀ ਕੋਈ ਸਭਾ ਦੇ ਵਿੱਚ ਮੈਂ ਠਿੱਠ ਕਿਵੇਂ ਕਰ ਸਕਣਾ। ਮੇਰੀ ਇੱਕ ਬੇਨਤੀ ਸੁਣਿਓ, ਹਰ ਪ੍ਰਸ਼ਨ ਦਾ ਉੱਤਰ ਦਿੱਤਾ ਜਾ ਸਕਦਾ ਹੈ, ਪਰ ਸ਼ਰਤ ਕਿ ਪ੍ਰਸ਼ਨ ਕਰਤਾ ਦਾ ਅੰਦਰ ਸੁਹਿਰਦ ਹੋਵੇ। ਸੁਹਿਰਦ ਦਾ ਮਤਲਬ ਉਹ ਜਗਿਆਸਾ ਰੱਖ ਕੇ ਪੁੱਛੇ। ਤੇ ਜੇ ਬੰਦੇ ਨੇ ਪ੍ਰਸ਼ਨ ਹੀ ਇਹ ਕਰਨਾ ਹੈ ਕਿ ਇਸ ਬੰਦੇ ਨੂੰ ਨਾ ਆਇਆ ਤੇ ਮੈਂ ਇਹਦੀ ਬੇਇੱਜ਼ਤੀ ਕਰਨੀ ਹੈ, ਅੰਦਰੋਂ ਵਿਰੋਧੀ ਬਣ ਕੇ ਈਰਖਾ ਵਿੱਚ ਕੋਈ ਪ੍ਰਸ਼ਨ ਕਰੇਗਾ, ਉਹਦਾ ਕਦੀ ਵੀ ਉੱਤਰ ਨਹੀਂ ਦਿੱਤਾ ਜਾ ਸਕਦਾ। ਇੱਕ ਉੱਤਰ ਸਹੀ ਦਿਆਂਗੇ, ਚਾਰ ਉਹ ਹੋਰ ਨੁਕਸ ਕੱਢੇਗਾ। ਮਹਾਰਾਜ ਦੇਖ ਲੈ ਵੀ ਇਸ ਬੰਦੇ ਦੀ ਨੀਅਤ ਮਾੜੀ। ਮੈਂ ਸੰਖੇਪ ਅਰਜ਼ ਕਰਾਂ, ਹਜ਼ੂਰ ਨੇ ਆਪਣੀ ਜੇਬ ਦੇ ਵਿੱਚੋਂ ਇਹ ਪਹਿਲਾਂ ਇਹ ਕਿਹਾ, ਜਦੋਂ ਨੇ ਪੁੱਛਿਆ ਕਰਾਮਾਤ ਕੀ, ਇੱਕ ਤਾਂ ਹਜ਼ੂਰ ਨੇ ਸਿੱਕਾ ਹੱਥ 'ਚ ਪਕੜ ਲਿਆ। ਮਹਾਰਾਜ ਕਹਿੰਦੇ ਸੈਦ, ਉਹ ਮੌਲਵੀ ਤੁਸੀਂ ਪੁੱਛ ਰਹੇ ਹੋ ਕਰਾਮਾਤ ਕੀ ਹੈ? ਆ ਬਹਾਦਰ ਸ਼ਾਹ ਬੈਠਾ ਸਾਹਮਣੇ, ਇਹਦਾ ਮੂੰਹ ਬੜੀ ਵੱਡੀ ਕਰਾਮਾਤ ਹੈ। ਕਹਿੰਦਾ ਜੀ ਅਸੀਂ ਸਮਝੇ ਨਹੀਂ। ਹਜ਼ੂਰ ਕਹਿਣ ਲੱਗੇ ਵਕਤ ਦਾ ਬਾਦਸ਼ਾਹ ਹੈ, ਇਹ ਚਾਹੇ ਤਾਂ ਅੱਜ ਵੱਡੀ ਪਦਵੀ ਤੇ ਬੈਠੇ ਬੰਦੇ ਨੂੰ ਸ਼ਾਮ ਤੱਕ ਭਿਖਾਰੀ ਬਣਾ ਦੇ। ਇਹਦੀ ਜ਼ਬਾਨ ਤੋਂ ਇੱਕ ਬੋਲ ਨਿਕਲੇ, ਮੰਗਣ ਵਾਲੇ ਨੂੰ ਜਗੀਰ ਦੇ ਦੇ। ਇਹਦੀ ਮਰਜ਼ੀ ਹੈ ਕਿਸੇ ਬੰਦੇ ਨੂੰ ਮਰਵਾ ਦੇ, ਇਹਦੀ ਮਰਜ਼ੀ ਹੈ ਕਿਸੇ ਨੂੰ ਕੈਦ ਕਰਾ ਦੇ, ਕਿਉਂਕਿ ਬਾਦਸ਼ਾਹ ਦੀ ਜ਼ਬਾਨ ਤੋਂ ਨਿਕਲੇ ਕੋਈ ਬੋਲ ਵਿੱਚ ਬੜੀ ਵੱਡੀ ਤਾਕਤ ਹੈ। ਮਹਾਰਾਜ ਨੇ ਕਿਹਾ ਕਰਾਮਾਤ। ਉਹ ਕਹਿੰਦਾ ਜੀ ਮੈਂ ਤੁਹਾਡੇ ਤੋਂ ਪੁੱਛ ਰਿਹਾ
मैं बादशाह तो नहीं पूछ रहा, बादशाह बारे तुहाडे कोल की है? महाराज जी ने जेड़ा जेब चो सिक्का कढ़िया सी ना, कई सज्जन सोने की मोहर कहंदे आ, वो मोहर अगे सट के क्या मौलवी आ करामात दूजी खा। जिस बंदे कोल पैसा है ते सच्ची मुच्ची सदियां पहलियां कई गल्लां अज भी सच ने। महाराज कहंदे आ पैसा बड़ी वड्डी करामात ही, ये बहुत कुछ करा दिंदा है, ये नेकी, ये बदी, ये नुकसान भी करा दिंदा है। इस पैसे विच भी करामात है। पहला क्या बहादुर शाह दे बोल च, फिर क्या कि पैसे विच वो अगों खिंच गया, कहन लगा जी तुसी अपनी गल करो, मैनू पता है पैसे विच ताकत है, मैनू पता है बादशाह दे हुक्म विच ताकत है, पर तुहाडे कोल की? सारे चुप कर गए जी। उत्थे भाई संतोख सिंह लिखते ने कि गुरु गोबिंद सिंह महाराज गले दे विच शमशीर पाई है ते शेर दी तरह सभा च बैठे आ। जदों ने कहा तुहाडे कोल करामात की, कहंदे ने गुरु गोबिंद सिंह जी ने अपनी सिरी साहब अपनी किरपान म्यान दे विचों कड्ढी ते हवा विच लहरांदियां जदों चमकन लगी किरपान, कहन लगे बड़ी वड्डी करामात है, तू बोली जा रहे हैं, एक खिन विच तेरा सिर ला के धड़ तो वध कर देंगा, जिवें रुख ना लगे कोई फल तोड़ के जमीन ते सट दईदे ने। आ मेरे को सब तो वड्डी करामात है। सुनियो शब्द क्या, आ करामात है, तेरा सिर ला सकना हुणे, क्योंकि वह बंदा जान बुझ के महाराज नूं थले लाना चाहता सी। प्यारिओ कंब गया, ਉਹਦਾ चेहरा पीला पै गया। उत्थे फिर एक दिन सवाल होर होया, भावें मेरा यह प्रकरण नहीं सी, मैं फिर भी आप जी नूं अर्ज कर रहा हाँ कि थोड़ी जी उस घटना का जिक्र करन दे लई। इत्थे फिर वो बहादुर शाह ने एक सवाल किया सी, गल फिर चलेगी कपट दी। उन्हें कहा जी देखो साडे च जिहड़ा कलमा पढ़ लैंदा ना, ਉਹਨੂੰ ਬਹਿਸ਼ਤ ਵਿੱਚ ਥਾਂ ਮਿਲਦੀ ਹੈ, ਉਹਦਾ ਲੇਖਾ ਕੋਈ ਨਹੀਂ ਖੁੰਦਾ ਜਿਹੜਾ ਕਲਮਾ ਪੜ੍ਹ ਲੈਂਦਾ। ਮਹਾਰਾਜ ਕਹਿੰਦੇ ਨੇ ਅੱਛਾ, ਕਹਿੰਦਾ ਜੀ ਹਾਂ। ਸਤਿਗੁਰੂ ਕਹਿਣ ਲੱਗੇ ਇਕੱਲਾ ਕਲਮਾ ਨਹੀਂ, ਬਹਾਦਰ ਸ਼ਾਹ ਜਿਹੜਾ ਕਲਮੇ ਦੇ ਨਾਲ ਨਾਲ ਨੇਕ ਕੰਮ ਨੇਕ ਅਮਲ ਕਰਦਾ ਰੱਬ ਦੀ ਦਰਗਾਹ ਵਿੱਚ ਉਹ ਪ੍ਰਵਾਨ ਹੁੰਦਾ ਹੈ। ਇਸ ਲਫ਼ਜ਼ ਨੂੰ ਫਿਰ ਸੁਣਿਓ ਜੀ। ਉਹ ਕਹਿੰਦਾ ਵੀ ਜਿਹੜਾ ਕਲਮਾ ਪੜ੍ਹ ਲੈਂਦਾ ਉਹ ਪ੍ਰਵਾਨ ਹੁੰਦਾ ਹੈ। ਮਹਾਰਾਜ ਕਹਿੰਦੇ ਕਲਮੇ 'ਚ ਬੜੀ ਵੱਡੀ ਤਾਕਤ ਹੈ, ਪਰ ਜੇ ਕਲਮੇ ਦੇ ਨਾਲ ਨਾਲ ਬੰਦਾ ਨੇਕ ਅਮਲ ਕਰੇ, ਚੰਗੇ ਅਮਲ ਕਰੇ, ਅੰਦਰ ਦੇ ਖੋਟ ਨੂੰ ਤਿਆਗੇ, ਅੰਦਰ ਦੇ ਕਪਟ ਨੂੰ ਤਿਆਗਦਾ, ਅੰਦਰ ਦੇ ਛਲ ਨੂੰ ਤਿਆਗੇ, ਕਲਮੇ ਦੇ ਨਾਲ ਨਾਲ ਜੇ ਬੰਦਗੀ ਕਰੇ ਤਾਂ ਉਹ ਸਵੀਕਾਰ ਹੁੰਦਾ। ਬਹਾਦਰ ਸ਼ਾਹ ਅੱਗੋਂ ਫਿਰ ਬੋਲ ਪਿਆ। ਇਹਦਾ ਜ਼ਿਕਰ ਅਸਲ 'ਚ ਕਵੀ ਸੰਤੋਖ ਸਿੰਘ ਉਹਨਾਂ ਨੇ ਕੀਤਾ ਹੈ ਗੁਰਪ੍ਰਤਾਪ ਸੂਰਜ ਦੇ ਅੰਦਰ। ਉਹ ਮਹਾਰਾਜ ਜੀ ਨੂੰ ਬੋਲ ਕੇ ਕਹਿੰਦਾ ਨਹੀਂ ਜੀ ਇਹ ਹੋ ਹੀ ਨਹੀਂ ਸਕਦਾ, ਕਲਮੇ 'ਚ ਇੰਨੀ ਵੱਡੀ ਤਾਕਤ ਹੈ, ਕਲਮਾ ਬੋਲੋ ਤੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ। ਹਜ਼ੂਰ ਕਹਿੰਦੇ ਮੈਂ ਕਹਿ ਰਿਹਾ ਕਲਮੇ ਵਿੱਚ ਤਾਕਤ ਹੈ, ਪਰ ਕਲਮੇ ਦੇ ਨਾਲ ਨਾਲ ਨੇਕ ਕਰਮ, ਚੰਗੇ ਅਮਲ, ਚੰਗਾ ਜੀਵਨ ਇਹ ਬਹੁਤ ਵੱਡੇ ਅਰਥ ਰੱਖਦਾ ਹੈ। ਉਹਨੇ ਫਿਰ ਅੱਗੋਂ ਕਿਹਾ ਜੀ ਮੈਨੂੰ ਕੋਈ ਉਦਾਹਰਨ ਦਿਓ, ਮੇਰੇ ਅੰਦਰ ਦੀ ਤਸੱਲੀ ਨਹੀਂ ਹੋ ਰਹੀ, ਮੈਨੂੰ ਕੋਈ ਨਾ ਕੋਈ ਤੁਸੀਂ ਪ੍ਰਮਾਣ ਦਿਓ। ਆਗਰੇ ਦੀ ਧਰਤੀ ਤੇ ਘਟਨਾ ਵਾਪਰੀ। ਮਹਾਰਾਜ ਨੇ ਸਿੱਖ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਗੁਰਸਿੱਖਾ, ਸਾਡੇ ਕੋਸ਼ ਦੇ ਅੰਦਰ, ਸਾਡੇ ਖਜ਼ਾਨੇ ਦੇ ਵਿੱਚ ਇੱਕ ਸਿੱਕਾ ਪਿਆ ਹੈ, ਉਹਦੇ ਉੱਪਰ ਚਮਕ ਚਾਂਦੀ ਵਾਲੀ ਹੈ ਤੇ ਨਾਲੇ ਉਸ ਸਿੱਕੇ ਦੇ ਉੱਤੇ ਕਲਮਾ ਵੀ ਲਿਖਿਆ ਤੇ ਖਿਜ਼ਰੀ ਵੀ ਲਿਖਿਆ ਹੋਇਆ ਹੈ। ਇਸ ਨੂੰ ਸੁਣਿਓ। ਉਹ ਕਲਮਾ ਲੈ ਵੈਗਰੂ ਉਹ ਸਿੱਕਾ ਲੈ ਕੇ ਆਓ। ਉਹ ਸਿੱਕੇ ਦੇ ਉੱਪਰ ਉਸ ਕਹਿ ਲਓ ਜੀ ਰਜਤਪਣ ਉੱਤੇ ਕਲਮਾ ਲਿਖਿਆ ਹੋਇਆ, ਜਿਵੇਂ ਆਪਾਂ ਰੁਪਈਆਂ ਉੱਤੇ ਲਿਖ ਲੈਂਦੇ ਹਾਂ, ਉੱਤੇ ਉਹਦੇ ਲਿਖਿਆ ਹੋਇਆ ਹੈ ਕਲਮਾ, ਨਾਲ ਖਿਜ਼ਰੀ ਹੈ ਤੇ ਤੁਸੀਂ ਉਹ ਲੈ ਕੇ ਆਓ। ਉਹ ਲੈ ਕੇ ਆ ਗਿਆ। ਮਹਾਰਾਜ ਜੀ ਨੇ ਸਿੱਕਾ ਦਿਖਾ ਕੇ ਕਿਹਾ ਬਹਾਦਰ ਸ਼ਾਹ ਇਸ ਸਿੱਕੇ ਉੱਤੇ ਕੀ ਲਿਖਿਆ ਹੈ? ਕਹਿੰਦਾ ਜੀ ਮਹਾਰਾਜ ਇਹਦੇ ਤੇ ਕਲਮਾ ਲਿਖਿਆ ਹੈ, ਕਲਮਾ ਲਿਖਿਆ ਹੋਇਆ। ਹਜ਼ੂਰ ਕਹਿੰਦੇ ਦਾ ਮਤਲਬ ਇਹ ਸਵੀਕਾਰ ਹੈ, ਇਹ ਕਲਮਾ ਪ੍ਰਵਾਨ ਹੈ? ਕਹਿੰਦਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਿੱਕਾ ਜਿਹੜਾ ਹੈ ਇੱਕ ਸੇਵਕ ਨੂੰ ਦਿੱਤਾ, ਨਾਲ ਆਦਮੀ ਭੇਜ ਦਿੱਤਾ ਇਹਦਾ। ਕਹਿਣ ਲੱਗੇ ਇੱਕ ਕੰਮ ਕਰੋ, ਇਹ ਬਾਜ਼ਾਰ ਵਿੱਚ ਇਹ ਸਿੱਕਾ ਵੇਚ ਕੇ ਇਹਨੂੰ ਬਣਾ ਕੇ ਲੈ ਆਓ, ਇਹਦੇ ਟਕੇ ਲੈ ਆਓ।
ਜਦੋਂ ਬਾਜ਼ਾਰ ਵਿੱਚ ਗਏ, ਜਿਸ ਦੁਕਾਨ ਤੇ ਜਾਣ ਉਹ ਸਿੱਕਾ ਟਣਕਾ ਕੇ ਦੇਖੇ। ਉਹ ਵਿੱਚ ਜਿਹੜੇ ਭਨਾਣ ਗਏ ਸਨ, ਭਨਾਣਾ ਸ਼ਬਦ ਆਪਾਂ ਸਮਝਦੇ ਹਾਂ ਤੁੜਾਣ ਵਾਲਾ, ਜਿਹੜੇ ਤੁੜਾਣ ਗਏ ਸਨ ਸਿੱਕਾ, ਉਹ ਕਹਿਣ ਲੱਗੇ ਸਾਨੂੰ ਇਹਦੇ ਬਦਲੇ ਭਾਣ ਦੇ ਦਿਓ। ਪਹਿਲਾਂ ਸ਼ਬਦ ਭਾਣ ਵਰਦੇ ਹੁੰਦੇ ਸਨ। ਉਹਨੇ ਸਿੱਕਾ ਟਣਕਾਇਆ ਤੇ ਸਿੱਕਾ ਖੋਟਾ। ਉਹਨੇ ਸਿੱਕਾ ਚੁੱਕ ਕੇ ਬਾਹਰ ਮਾਰਿਆ। ਅਗਲਾ ਕਹਿੰਦਾ ਦੇਖ ਤੂੰ, ਤੈਨੂੰ ਪਤਾ ਨਹੀਂ ਸਿੱਕੇ ਤੇ ਕਲਮਾ ਲਿਖਿਆ? ਉਹ ਕਹਿੰਦਾ ਕਲਮਾ ਬੇਸ਼ੱਕ ਲਿਖਿਆ ਪਰ ਅੰਦਰੋਂ ਖੋਟਾ ਹੈ, ਮੈਂ ਖੋਟੇ ਦੇ ਪੈਸੇ ਨਹੀਂ ਦੇਣੇ। ਇੱਕ ਦੁਕਾਨ, ਦੋ ਦੁਕਾਨ, ਤਿੰਨ ਦੁਕਾਨਾਂ, ਕਈ ਥਾਵਾਂ ਤੇ ਗਏ। ਸੱਚ ਇਹ ਵੇ ਕਿ ਬਾਹਰੋਂ ਸਿੱਕੇ ਤੇ ਕਲਮਾ ਸੀ, ਅੰਦਰੋਂ ਸਿੱਕਾ ਖੋਟਾ ਸੀ। ਵਾਪਸ ਆ ਗਏ। ਮਹਾਰਾਜ ਜੀ ਨੇ ਕਿਹਾ ਤੁਸੀਂ ਤੁੜਾ ਕੇ ਨਹੀਂ ਲਿਆਏ, ਭਾਨ ਨਹੀਂ ਲੈ ਕੇ ਆਏ? ਉਹਨਾਂ ਕਿਹਾ ਮਹਾਰਾਜ ਭਾਨ ਕੀ ਲੈ ਕੇ ਆਉਣੀ, ਸਾਡਾ ਤਾਂ ਅਪਮਾਨ ਹੋਇਆ। ਹਜ਼ੂਰ ਨੇ ਕਿਹਾ ਕਿਉਂ? ਤੇ ਬਹਾਦਰ ਸ਼ਾਹ ਉੱਥੇ ਬੈਠਾ ਸੀ। ਮਹਾਰਾਜ ਪੁੱਛਦੇ ਨੇ ਕਿਉਂ? ਇਸ ਸਿੱਕੇ ਤੇ ਕਲਮਾ ਲਿਖਿਆ ਹੈ। ਕਹਿਣ ਲੱਗੇ ਮਹਾਰਾਜ ਕਲਮਾ ਲਿਖਿਆ ਹੈ ਪਰ ਇਹਨੂੰ ਦੇਖਿਆ ਟਣਕਾ ਕੇ ਅੰਦਰੋਂ ਖੋਟਾ ਹੈ। ਉੱਤੋਂ ਲਿਖਿਆ ਕਲਮਾ, ਅੰਦਰ ਖੋਟਾ ਹੈ। ਮਹਾਰਾਜ ਜੀ ਨੇ ਕਿਹਾ ਬਹਾਦਰ ਸ਼ਾਹ ਇਹ ਤੇਰਾ ਰਾਜ ਹੈ, ਤੁਸੀਂ ਕਲਮੇ ਪੜ੍ਹਦੇ ਹੋ, ਯਾਦ ਰੱਖੀ ਤੇਰੇ ਰਾਜ ਵਿੱਚ ਸਿੱਕੇ ਉੱਤੇ ਕਲਮਾ ਲਿਖਿਆ ਹੋਵੇ ਪਰ ਅੰਦਰੋਂ ਸਿੱਕਾ ਖੋਟਾ ਹੋਵੇ, ਉਹ ਬਾਜ਼ਾਰ ਵਿੱਚ ਨਹੀਂ ਚੱਲਦਾ। ਉਹ ਬਾਹਰੋਂ ਬੰਦਾ ਕਲਮੇ ਪੜ੍ਹੀ ਜਾਏ ਤੇ ਅੰਦਰੋਂ ਰੱਜ ਕੇ ਖੋਟਾ ਤੇ ਕਪਟ ਕਮਾਏ, ਚੇਤੇ ਰੱਖਿਓ ਰੱਬ ਦੀ ਦਰਗਾਹ ਵਿੱਚ ਕਦੀ ਨਹੀਂ ਚੱਲਦੇ ਹੁੰਦੇ। ਮਹਾਰਾਜ ਨੇ ਕਿੱਡੀ ਵੱਡੀ ਸਮੱਤ ਦਿੱਤੀ ਜੀ ਉੱਥੇ, ਕਿਉਂਕਿ ਸਿੱਕੇ ਤੇ ਕਲਮਾ ਲਿਖਿਆ ਪਰ ਅੰਦਰੋਂ ਤਾਂ ਖੋਟਾ ਹੈ। ਮੈਂ ਫਿਰ ਬੇਨਤੀ ਕਰਾਂਗਾ, ਮਹਾਰਾਜ ਕਹਿੰਦੇ ਆ ਬਾਹਰੋਂ ਭਾਵੇਂ ਕੋਈ ਸੰਤ ਹੋਵੇ, ਭਾਈ ਜੀ ਹੋਵੇ, ਕੋਈ ਸ਼ਬਦ ਵਰਤੋ, ਪਰ ਜੇ ਅੰਦਰ ਕਪਟ ਹੈ ਨਾ, ਮਹਾਰਾਜ ਕਹਿੰਦੇ ਨਹੀਂ, ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਂ ਹੈ। ਜੇ ਬਾਹਰੋਂ ਆਪਣੇ ਆਪ ਨੂੰ ਸੰਤ ਮਹਾਂਪੁਰਖ ਹੈ ਤੇ ਅੰਦਰੋਂ ਕਪਟ ਨਾਲ ਭਰਿਆ ਹੋਵੇ, ਪਿਆਰਿਓ ਇਹ ਹੀ ਚਾਲਾਂ ਚੱਲੀ ਜਾਏ, ਇੱਕ ਦੂਜੇ ਨੂੰ ਥੱਲੇ ਕਿਵੇਂ ਸੱਟਣਾ ਹੈ, ਇਹ ਕੀ ਰੂਹਾਨੀਅਤ ਹੈ? ਕਪਟ ਖੋਟ ਨਹੀਂ ਚੱਲਦਾ ਹੁੰਦਾ। ਮੈਂ ਥੋੜੇ ਜਿਹੇ ਬੇਨਤੀ ਇੱਕ ਪਾਸੇ ਤਾਂ ਰੱਖਿਆ ਹੈ, ਗੁਰੂ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਕਰਤਾ ਜਾਣਦਾ ਹੈ। ਇਸੇ ਕਰਕੇ ਗੁਰੂ ਰਾਮਦਾਸ ਦਾ ਬਚਨ ਹੈ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉਥੈ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਓਏ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਗੱਡੀ, ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਮੈਂ ਖਿਮਾ ਕਰਿਓ, ਭਾਵੇਂ ਸਿਆਣੇ ਘਰਾਂ 'ਚ ਬੈਠੇ ਸੁਣ ਰਹੇ ਹੋਣਗੇ ਵੀ ਸ਼ਬਦ ਦਾ ਪ੍ਰਕਰਨ ਤੇ ਹੋਰ ਹੈ। ਮੈਂ ਇਸ ਕਰਕੇ ਬੇਨਤੀ ਥੋੜੀ ਜਿਹੀ ਕੀਤੀ ਕਿਉਂਕਿ ਕਪਟ, ਛਲ, ਫਰੇਬ ਇਹ ਰੂਹਾਨੀਅਤ ਦੇ ਵਿੱਚ ਰੁਕਾਵਟ ਹੈ। ਗੁਰਮੁਖੋ ਮਹਾਰਾਜ ਕਹਿੰਦੇ ਨੇ ਕਿਵੇਂ ਦੂਰ ਹੋਇਆ, ਕਿਸ ਤਰ੍ਹਾਂ ਬਖਸ਼ਿਸ਼ ਹੋਈ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਨਕ ਬੀਂਗ ਦਾਸ ਕੇ ਪਰਖ ਹਰਿਆ। ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਜਿਹੜਾ ਅੰਦਰ ਦਾ ਟੇਢਾਪਨ ਸੀ, ਅੰਦਰ ਗੰਢਾਂ ਸਨ, ਇਹ ਸਾਰੀਆਂ ਦੂਰ ਕਰ ਦਿੱਤੀਆਂ। ਦਾਸ ਨੇ ਤਾਂ ਇੱਕ ਦਿਨ ਕਿਹਾ ਸੀ ਅਸੀਂ ਗੰਨਾ ਚੂਪਨੇ ਆ ਨਹੀਂ, ਜਦੋਂ ਗੰਨੇ ਦੀ ਬਾਕੀ ਸਾਰੀ ਪੋਰੀ ਦੇ ਵਿੱਚ ਰਸ ਹੁੰਦਾ ਹੈ, ਜਿੱਥੇ ਗੰਨੇ ਦੀ ਗੰਢ ਹੁੰਦੀ ਹੈ ਨਾ ਉੱਥੇ ਰਸ ਵੀ ਨਹੀਂ ਹੁੰਦਾ, ਬਹੁਤ ਘੱਟ ਜਿਹਾ ਸਮਝੋ ਤੁਸੀਂ। ਜਿੱਥੇ ਗੰਨੇ ਦੀਆਂ ਗੰਢਾਂ ਪੈ ਜਾਣ ਉੱਥੇ ਮਿੱਠਾ ਰਸ ਮੁੱਕ ਜਾਂਦਾ ਹੈ। ਉਹ ਗੁਰਸਿੱਖੋ ਜਿੱਥੇ ਬੰਦੇ ਦੇ ਅੰਦਰ ਕਪਟ ਦੀਆਂ ਗੰਢਾਂ ਪੈ ਜਾਣ ਉੱਥੇ ਨਾਮ ਦਾ ਰਸ ਸੁੱਕ ਜਾਂਦਾ ਹੈ। ਇਹ ਗੰਢ, ਇਹ ਕਪਟ ਚੱਲਣ ਨਹੀਂ ਦਿੰਦਾ। ਪਰ ਇਹ ਮਹਾਰਾਜ ਕਹਿੰਦੇ ਉਹਨਾਂ ਕਿਰਪਾ ਕੀਤੀ। ਕਿਵੇਂ ਕਿਰਪਾ ਕਰ ਦਿੱਤੀ ਜੀ? ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਹੁਣ ਆਪਾਂ ਦੂਸਰਾ ਪੱਖ ਅਰਜ਼ ਕਰਨ ਲੱਗੇ ਕਿ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਆਪਣੇ ਆਪ ਕਪਟ ਛਲ ਨਹੀਂ ਗਿਆ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਅਨਕ ਬੀਂਗ ਦਾਸ ਕੇ ਪਰ ਹਰਿਆ। ਆ ਸਾਰੇ ਟੇਢਾਪਨ ਨੇ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ, ਤਨ ਤੇ ਸਗਲ ਦੂਰ ਕੀਨ, ਅਨਕ ਬੀਂਗ ਦਾਸ ਕੇ ਪਰ ਹਰਿਆ। ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰਾ ਹੀਅਰ ਹੈ ਦੀਨ। ਆ ਕਿਰਪਾ ਕੀਤੀ।
ਫਿਰ ਬੇਨਤੀ ਸੁਣਿਓ, ਅੰਦਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ ਜੋ ਕੁਝ ਵੀ ਸੀ, ਇਹ ਕਹਿੰਦੇ ਨੇ ਆਪਣੀ ਕਮਾਈ ਨਾਲ ਨਹੀਂ, ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੂਰ ਹੋਇਆ ਹੈ। ਮਹਾਰਾਜ ਜੀ ਸ਼ੁਕਰਾਨਾ ਕਰ ਰਿਹਾ ਜੀ ਇਹਦਾ ਮਤਲਬ ਇੱਕ ਹੋਰ ਅਰਜ਼, ਜਿਵੇਂ ਅਸੀਂ ਕੋਈ ਦਾਤ ਪ੍ਰਾਪਤ ਹੁੰਦੀ ਹੈ ਨਾ ਬਾਹਰ ਮੁਖੀ ਜੀ, ਤੇ ਸ਼ੁਕਰਾਨਾ ਕਰਨੇ ਆ। ਜਿਵੇਂ ਅੱਜ ਕੱਲ੍ਹ ਸਾਡੇ ਸਮਾਜ ਦਾ ਹੈ ਜੀ ਕਿ ਮੰਨ ਲਓ ਕੋਈ ਚੀਜ਼ ਚਾਹੀਦਾ ਵੀ ਹੈ ਕਿ ਜਿਸ ਪਰਮਾਤਮਾ ਨੇ ਦਿੱਤਾ ਹੈ ਉਹਦਾ ਸ਼ੁਕਰ ਕਰੀਏ, ਅਸੀਂ ਉਹਦਾ ਸ਼ੁਕਰਾਨਾ ਜ਼ਰੂਰ ਕਰੀਏ। ਗੁਰਮੁਖੋ, ਜਿੱਥੇ ਇਹ ਦਾਤਾਂ ਦੇ ਸ਼ੁਕਰਾਨੇ ਨੇ, ਇੱਥੇ ਮੇਰੀ ਬੇਨਤੀ ਹੈ, ਜਿਸ ਜੀਵਨ ਵਿੱਚ ਨਿਰਮਲਤਾ ਹੀ ਆ ਜਾਏ, ਅੰਦਰੋਂ ਮੈਲ ਦੂਰ ਹੋ ਜਾਏ, ਮਨ ਟਿਕਣ ਲੱਗ ਪਏ, ਸਿਮਰਨ ਦਾ ਰਸ ਆਉਣ ਲੱਗ ਪਏ, ਬਾਣੀ ਦਾ ਅੰਦਰੋਂ ਭਰਪੂਰ ਆਨੰਦ ਆਉਣ ਲੱਗ ਪਏ, ਮਹਾਰਾਜ ਕਹਿੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਫੁਰਨੇ ਖਤਮ ਹੋ ਜਾਣ। ਪਿਆਰਿਓ, ਜਿਵੇਂ ਦਾਤਾਂ ਮਿਲਣ ਬਾਹਰ ਦੀਆਂ, ਆਪਾਂ ਸ਼ੁਕਰਾਨਾ ਕਰ ਰਹੇ ਹਾਂ, ਜਦੋਂ ਅੰਦਰ ਅੱਤ ਦਾ ਪਵਿੱਤਰ ਹੋ ਜਾਏ ਫਿਰ ਵੀ ਸ਼ੁਕਰਾਨਾ ਕਰੀਏ। ਸੱਚੇ ਪਾਤਸ਼ਾਹ, ਤੇਰੀ ਦਿੱਤੀ ਹੋਈ ਦਾਤ ਹੈ, ਤੇਰੇ ਤੋਂ ਬਿਨਾ ਇਹ ਕਿਵੇਂ ਨਿਰਮਲ ਹੋ ਸਕਦਾ ਹੈ। ਮਹਾਰਾਜ ਜੀ ਨੇ ਕਿਹਾ, ਅਨਕ ਬੀਂਗ ਦਾਸ ਕੇ ਪਰ ਹਰਿਆ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਬੰਧਨ ਤੋੜ, ਅੰਦਰ ਦੇ ਬੰਧਨ ਤੋੜ ਦਿੱਤੇ। ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਅਰ ਹੈ ਦੀਨ, ਜਿੱਥੇ ਅੰਦਰ ਈਰਖਾ ਦਵੈ ਸੀ, ਉੱਥੇ ਗੁਰੂ ਦਾ ਸ਼ਬਦ ਵਸ ਗਿਆ ਹੈ। ਗੁਰ ਕੋ ਸ਼ਬਦ ਮੇਰਾ ਹੀਅਰ ਹੈ ਦੀਨ, ਰੂਪ ਅਰੂਪ ਮੋਰੋ ਕੱਛ ਨਾ ਵਿਚਾਰਿਓ। ਜਦੋਂ ਤੁਸੀਂ ਕਿਰਪਾ ਕੀਤੀ ਸਤਿਗੁਰੂ, ਫਿਰ ਅਰਜ਼ ਸੁਣਿਓ। ਮੰਨ ਲਓ ਅਸੀਂ ਕਈ ਜੀ ਕਮਾਈਆਂ ਕੀਤੀਆਂ ਤੇ ਤਾਂ ਅੰਦਰ ਦੇ ਕਪਟ ਗਏ, ਬੰਦਗੀ ਕੀਤੀ ਤਾਂ ਅੰਦਰ ਪਵਿੱਤਰ ਹੋਏ। ਉਹ ਪਿਆਰਿਓ, ਇੱਥੇ ਮਹਾਰਾਜ ਕਹਿੰਦੇ ਮੇਰਾ ਰੂਪ ਅਨਰੂਪ ਕੁਛ ਨਹੀਂ ਦੇਖਿਆ, ਨਾ ਦੇਖਿਆ ਮੇਰਾ ਜੀਵਨ ਕੋਝਾ ਹੈ, ਨਾ ਦੇਖਿਆ ਮੇਰਾ ਜੀਵਨ ਸੋਝ ਵਾਲਾ ਹੈ, ਨਾ ਦੇਖਿਆ ਗੁਣ ਨੇ, ਨਾ ਦੇਖਿਆ ਔਗਣ ਨੇ, ਕੁਛ ਨਹੀਂ ਦੇਖਿਆ। ਬਸ ਉਹਦੇ ਪ੍ਰੇਮ ਵਿੱਚ ਉਹਨੇ ਮੈਨੂੰ ਆਪ ਹੀ ਭਿਉਂ ਲਿਆ। ਇਹ ਸਾਰੀ ਉਹਦੀ ਕਿਰਪਾ ਹੈ, ਜਿਹਨੇ ਅੰਦਰ ਦੇ ਦੁੱਖ ਦੂਰ ਕਰ ਦਿੱਤੇ ਆ। ਬੰਧਨ ਤੋੜ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਅਰ ਹੈ ਦੀਨ, ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ, ਪ੍ਰੇਮ ਗਇਓ ਮੋਏ ਹਰ ਰੰਗ ਪੀਨ। ਅਗਲੀ ਗੱਲ, ਜਦੋਂ ਇਹੋ ਜੀ ਕਿਰਪਾ ਵਰਦੀ ਹੈ ਨਾ ਪਿਆਰਿਓ, ਉਦੋਂ ਹਰ ਕੰਮ ਪੁੱਠਾ ਵੀ ਸਿੱਧਾ ਹੋਈ ਜਾਂਦਾ ਹੈ। ਇਹ ਗੱਲ ਫਿਰ ਬੇਨਤੀ ਸੁਣਿਓ, ਜਦੋਂ ਉਹ ਮਿਹਰ ਕਰਦਾ ਹੈ, ਆਪਣਾ ਬਣਾ ਲੈਂਦਾ ਹੈ, ਕਪਟ ਛਲ ਫਰੇਬ ਵੀ ਨਹੀਂ, ਹਰ ਕੰਮ ਪੁੱਠਾ ਵੀ ਸਿੱਧਾ ਹੋਈ ਜਾਂਦਾ ਹੈ। ਮਹਾਰਾਜ ਨੇ ਬਚਨ ਕਿਹਾ, ਅਪੁਸ਼ਟ ਬਾਤ ਤੇ ਭਈ ਸੀਧਰੀ, ਅਨਕ ਬੀਂਗ ਦਾਸ ਕੇ ਪਰ ਹਰਿਆ। ਸਿਰਫ ਅਸੀਂ ਇੱਕ ਤੁਕ ਲੈ ਰਹੇ ਹਾਂ, ਕਹਿੰਦੇ ਜਿਹੜਾ ਪੁੱਠਾਪਨ ਸੀ, ਹਰ ਕੰਮ ਪੁੱਠਾ, ਬਾਹਰ ਮੁਖੀ ਵੀ ਕਹਿ ਲਓ, ਕਹਿੰਦੇ ਹਰ ਪੁੱਠੀ ਗੱਲ ਜ ਸਿੱਧੀ ਹੋਣ ਲੱਗ ਪਈ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਜਿਹੜੇ ਦੁਸ਼ਟ ਅਵਕਾਰ, ਜਿਹੜੇ ਦੂਤ ਮੈਨੂੰ ਤੰਗ ਕਰਦੇ ਸਨ, ਜਿਹੜੇ ਮੇਰੇ ਘਰ ਦੀ ਤਬਾਹੀ ਕਰਦੇ ਸਨ, ਇੰਨੀ ਕਿਰਪਾ ਕੀਤੀ ਅੱਜ ਦੁਸ਼ਟ ਦੁਸ਼ਮਣ ਵੀ ਮੇਰੇ ਮਿੱਤਰ ਬਣ ਗਏ ਆ। ਇਹਦਾ ਮਤਲਬ ਮੇਰਾ ਨੁਕਸਾਨ ਨਹੀਂ ਕਰ ਰਹੇ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧਸ਼ ਨਹੀਂ। ਮਲੀਨ ਬੁੱਧਸ਼ ਨਹੀਂ, ਜਿਹੜੀ ਮਲੀਨ ਬੁੱਧੀ ਸੀ ਨਾ, ਹਛਨਈ ਦਾ ਅਰਥ ਹੈ ਖੱਚੀ ਹੋ ਗਈ, ਉਹ ਚੰਗੀ ਹੋ ਗਈ। ਅੱਜ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਵਰਤਿਆ ਕਿ ਭਾਈ ਗੁਰਸਿੱਖੋ, ਅੰਦਰ ਦਾ ਟੇਢਾਪਨ, ਅੰਦਰ ਦੇ ਜਿਹੜਾ ਛਲ ਕਪਟ ਹੈ, ਇਹ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਅੰਦਰੋਂ ਚਲਾ ਗਿਆ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਬਚਨ ਫਿਰ ਦੁਬਾਰਾ ਪੜੋ ਜੀ। ਅਨਕ ਬੀਂਗ, ਅਨਕ ਬੀਂਗ ਦਾਸ ਕੇ ਪਰ ਹਰਿਆ। ਹਜ਼ੂਰ ਕਹਿ ਰਹੇ ਨੇ ਦਾਸ ਦੇ ਸੇਵਕ ਦੇ ਅਨੇਕਾਂ ਜਿਹੜੇ ਟੇਢੇਪਨ ਸਨ, ਕੁਟਲਪਨ ਸੀ, ਉਹ ਕਿਰਪਾ ਕਰਕੇ ਦੂਰ ਕਰ ਦਿੱਤਾ ਹੈ। ਕਰ ਕਿਰਪਾ ਪ੍ਰਭ ਆਪਣਾ ਕਰਿਆ। ਆਪਣੀ ਕਮਾਈ ਨਹੀਂ, ਸਿਰਫ ਸੁਦਾ ਉਹਦੀ ਕਿਰਪਾ ਹੈ। ਦਾਸ ਨੇ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਗੁਰਮੁਖੋ, ਕਿਰਪਾ, ਨਦਰ, ਮਿਹਰ, ਰਹਿਮਤ, ਇਹ ਚੀਜ਼ਾਂ ਕਮਾਈਆਂ ਨਾਲ ਨਹੀਂ ਮਿਲਦੀਆਂ, ਇਹ ਸੁਦਾ ਉਹਦੀ ਆਪਣੀ ਬਖਸ਼ਿਸ਼ ਹੁੰਦੀ ਹੈ। ਫਿਰ ਬੇਨਤੀ ਸੁਣਿਓ, ਆਪਾਂ ਕਹਾਂਗੇ ਨਹੀਂ ਕਿਰਪਾ, ਸ਼ਬਦ ਵਰਤਿਆ ਮਹਾਰਾਜ ਨੇ, ਕਹਿੰਦੇ ਕਿਰਪਾ ਕੀਤੀ, ਸਾਨੂੰ ਆਪਣਾ ਬਣਾ ਲਿਆ। ਜੇ ਅਸੀਂ ਕਹੀਏ ਜੀ ਕਿਰਪਾ ਕਮਾਈ ਨਾਲ ਮਿਲਦੀ ਹੈ, ਤੇ ਮਹਾਰਾਜ ਕਹਿੰਦੇ ਇਹ ਕਨੇ ਕੀ ਦਾਤ ਆਪਸ ਤੇ ਜੋ ਪਾਈ ਹੈ।
ਜਿਹੜੀ ਚੀਜ਼ ਤੂੰ ਕਹੇ ਆਪਣੀ ਕਮਾਈ ਨਾਲ ਮੈਨੂੰ ਮਿਲ ਗਈ, ਉਹ ਦਾਤ ਥੋੜਾ ਰਹੀ ਹੈ। ਦਾਤ ਤਾਂ ਦਾਤੇ ਦੀ ਆਪਣੀ ਮੌਜ ਹੈ। ਹਜ਼ੂਰ ਨੇ ਇੱਥੇ ਫਰਮਾਇਆ, ਉਹਨਾਂ ਕਿਰਪਾ ਕੀਤੀ, ਸਾਨੂੰ ਆਪਣਾ ਬਣਾ ਲਿਆ। ਹਜ਼ੂਰ ਨੇ ਫਰਮਾਇਆ ਕਿ ਇਹ ਕਨੇਗੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਹਿਬ ਤੁਠੈ ਜੋ ਮਿਲੇ। ਜੋ ਉਹਦੀ ਤਰਸ ਵਿੱਚੋਂ ਮਿਲਦਾ ਹੈ ਨਾ ਜੀ, ਉਹ ਸਮਝੋ ਕਰਾਮਾਤ ਹੀ ਹੈ। ਜਿਵੇਂ ਅਸੀਂ ਮਹਾਰਾਜ ਦਾ ਬਚਨ ਪੜ੍ਹਨੇ ਆਉਣ ਵਾਲੇ ਦਿਨਾਂ 'ਚ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਵੇਖੋ ਇਹਦੇ ਵਿੱਚ ਇਹ ਨਹੀਂ ਕਿਹਾ ਤੁਸੀਂ ਕਮਾਈ, ਕਮਾਈ ਤਾਂ ਬਹੁਤ ਉਹਨਾਂ ਦੀ, ਪਰ ਇੱਥੇ ਕਿੱਡੇ ਪਿਆਰੇ ਸ਼ਬਦ ਵਰਤੇ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਮਹਾਰਾਜ ਕਹਿੰਦੇ ਸਾਡੇ ਜਿਹੜੇ ਅੰਦਰ ਦੇ ਵਾਲਸ਼ਲ ਸਨ ਉਹ ਦੂਰ ਕਰ ਦਿੱਤੇ, ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ। ਉਹਨਾਂ ਮਿਹਰ ਕੀਤੀ, ਸਾਨੂੰ ਆਪਣਾ ਗੁਰਮੁਖੋ ਆਪਣਾ ਬਣਾ ਲੈ ਨਾ, ਏਦੂ ਵੱਡੀ ਕੋਈ ਦਾਤ ਨਹੀਂ ਜੀ। ਫਿਰ ਅਰਜ਼ ਹੈ, ਪਤਾ ਨਹੀਂ ਅੱਜ ਮਨ ਗੁਰੂ ਗੋਬਿੰਦ ਸਿੰਘ ਦੀ ਜ਼ਿਕਰ ਕਰਨ ਨੂੰ ਮਹਾਰਾਜ ਮਾਲਵੇ ਦੀ ਧਰਤੀ ਤੇ ਗਏ, ਉੱਥੇ ਤਨਖਾਹਾਂ ਮੰਗੀਆਂ ਗਈਆਂ, ਇਹ 'ਚ ਕੋਈ ਸ਼ੱਕ ਨਹੀਂ। ਮਹਾਰਾਜ ਨੇ ਸਭ ਨੂੰ ਦਿੱਤੀਆਂ। ਭਾਈ ਦਾਨ ਸਿੰਘ ਬੈਠੇ ਸਨ, ਮਹਾਰਾਜ ਜੀ ਨੇ ਆਵਾਜ਼ ਦਿੱਤੀ ਦਾਨ ਸਿੰਘ ਜੀ ਨੂੰ, ਆਓ ਤੁਸੀਂ ਵੀ ਆਪਣੀ ਇਹ ਤਨਖਾਹ ਜਾਂ ਇਹ ਪੈਸੇ, ਇਹ ਦੌਲਤ ਦੇ ਲਓ। ਉਸ ਵਕਤ ਦਾਨ ਸਿੰਘ ਜੀ ਨੇ ਸ਼ਬਦ ਕੀ ਵਰਤੇ? ਮਹਾਰਾਜ ਕਹਿੰਦੇ ਤੁਸੀਂ ਲਓ ਦਾਨ ਸਿੰਘ, ਝੋਲੀ ਕਰੋ। ਉਹਨੇ ਝੋਲੀ ਕਾਦੀ ਕੀਤੀ, ਦੋਨੋਂ ਹੱਥ ਜੋੜ ਲਏ, ਬੋਲੇ ਕੁਛ ਨਹੀਂ ਪਹਿਲਾਂ। ਮਹਾਰਾਜ ਕਹਿੰਦੇ ਦਾਨ ਸਿੰਘ ਕੁਛ ਮੰਗੋ, ਜੋ ਤੁਹਾਡਾ ਮਿਹਨਤਾਂ ਨਾਲ ਬੰਦ ਹੈ। ਨਹੀਂ ਗੁਰਮੁਖੋ, ਉਸ ਗੁਰਮੁਖ ਰੂ ਨੇ ਚਰਨ ਪਕੜ ਕੇ ਕਿਹਾ, ਹੱਥ ਖੋਲ ਕੇ ਚਰਨ ਪਕੜ ਕੇ ਕਹਿੰਦੇ ਨੇ, ਸਤਿਗੁਰੂ ਮੈਨੂੰ ਮੋਹਰਾਂ ਨਹੀਂ, ਤੁਸੀਂ ਮੈਨੂੰ ਆਪਣਾ ਬਣਾ ਲਓ, ਤੁਸੀਂ ਮੈਨੂੰ ਆਪਣਾ ਬਣਾ ਲਓ। ਨਾਲ ਸ਼ਬਦ ਵਰਤਿਆ, ਸੁਣ ਕੇ ਦਾਨ ਸਿੰਘ ਕਰ ਜੋਰੇ, ਦੂਧ ਪੂਤ ਧਨ ਸਭ ਕੁਛ ਮੋਰੇ। ਮੇਰੇ ਘਰ 'ਚ ਪੁੱਤਰ ਦੁੱਧ ਸਭ ਕੁਛ ਹੈ, ਪੈਸੇ ਦੀ ਕੋਈ ਕਮੀ ਨਹੀਂ। ਸੁਣ ਕੇ ਦਾਨ ਸਿੰਘ ਕਰ ਜੋਰੇ, दूध पूत धन सब कुछ मोरे, मुझ पर कृपा दृष्ट को करिए, कृपा करो मेरे ते गुर सिक्खी पद बख्शन करिए। मैनू कह दो दान सिंह तेनू सिक्खी दिती। महाराज ने क्या माझा मां सिंह रख गया, मालवा दान सिंह रख गया। मैं आपनू बेनती करांगा, महाराज कहने कृपा की। रोज एक बचन पढ़ने, तेरा कीता जातो नाही मैनू जोग की तोई, अनक बींग दास के पर हरिया। तेरा कीता जातो नाही मैनू जोग की तोई, मैं निर्गुण यारे को गुण नाही, आपे तरस पे हुई। आपे तरस किया, मैं तो यह भी नहीं कहा मेरे ते तरस कर। गुरमुखो एदू वड्डा प्यार कित्थों मिलेगा वाहिगुरू जी तो वड्डा। महाराज कहते आप ही कर लिया। तेरा कीता जातो नाही मैनू जोग कीतोई, मैं निर्गुण यारे को गुण नाही, आपे तरस पयोई। तरस पिया में रामत खोई, सतगुर सज्जन मिलिया। हाँ एक दात मंगने आ मालक जी, नानक नाम मिले ता जीवा, तन मन थी वै खरिया। हजूर कहने दास दे जेड़े अनेका बींग ने वो दूर कर दिते। प्रभु ने कृपा की जी, कृपा करके सानू अपना बना लिया। गुरमुखो जिन्हों अपना बना लै ना, अपने दी लाज फिर आप ही रखता है। फिर बेनती सुनियो, मैं गलती करांगा पर मैं चेला तो तेरा ही वजदा वा ना, सेवक तो मैं तेरे ही हाँ ना। गुरु रामदास जी का एक बचन है, खमरी जात पात गुर सतगुर हम वेचो सिर गुर के, जा नानक नाम परियो गुर चेला, गुर राखो लाज जन के। महाराज तुसी कृपा करके अपनू मैनू चेला बनाया है, ते चेले दी लाज हुण तुसां रखनी है। महाराज कहते ने कृपा की प्रभु ने, सानू अपना बना लिया है। तुम्हें छड़ाए लियो जन अपना, तुम्हें छड़ाए लियो जन अपना। आ जेड़े काम क्रोध लोभ अहंकार रोज बेइज्जती करते सन, तुसी बड़ी कृपा की। तुम्हें तुसा ने वाहिगुरू जी, तुसा ने परमात्मा जी, तुसा ने छड़ाए लियो जन अपना। फिर मैं उन्हें बेनती की, जिन्हों अपना बना लिया ना जी, अपने दी लाज आपे रखदा है। जदों प्रभु ने अपना बना लिया,
ਕਹਿਣ ਲੱਗੇ ਫਿਰ ਤੁਸੀਂ ਆਪਣਾ ਸੇਵਕ ਬਣਾ ਕੇ ਮੈਨੂੰ ਬਚਾ ਲਿਆ, ਇਹ ਸਾਰਿਆਂ ਤੋਂ ਬਚਾ ਲਿਆ ਜੀ। ਮਹਾਰਾਜ ਨੇ ਇੱਕ ਬਚਨ ਕੀਤਾ, ਉਨ ਕੋ ਖਸਮ ਕੀਨੀ ਠਾਕ ਹਾਰੇ, ਦਾ ਸੰਗ ਤੇ ਮਾਰ ਬਿਦਾਰੇ। ਕਹਿੰਦੇ ਉਨ ਕੋ ਖਸਮ ਕੀਨੀ ਠਾਕ ਹਾਰੇ, ਜਿਹੜੇ ਆ ਵਕਾਰ ਅੱਗੇ ਤੰਗ ਕਰਦੇ ਸਨ ਨਾ, ਵਾਹਿਗੁਰੂ ਜੀ ਨੇ ਰੋਕ ਲਾ ਦਿੱਤੀ। ਖਬਰਦਾਰ, ਅੱਜ ਤੋਂ ਬਾਅਦ ਇਸ ਸਿੱਖ ਦੇ, ਇਸ ਮਨੁੱਖ ਦੇ, ਇਸ ਗੁਰਮੁਖ ਦੇ ਹਿਰਦੇ ਵਿੱਚ ਤੁਸੀਂ ਪ੍ਰਵੇਸ਼ ਨਹੀਂ ਕਰਨਾ। ਉਨ ਕੋ ਖਸਮ ਕੀਨੀ ਠਾਕ ਹਾਰੇ, ਦਾ ਸੰਗ ਤੇ ਮਾਰ ਬਿਦਾਰੇ, ਅੰਦਰੋਂ ਦੂਰ ਕਰ ਦਿੱਤੇ। ਪਰਮੇਸ਼ਰ ਦਿੱਤਾ ਬੰਨਾ, ਪਿਆਰਿਓ ਛਡਾ ਲਿਆ ਵਾਹਿਗੁਰੂ ਜੀ ਨੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆ ਜਿਹੜੇ ਦੁੱਖ ਕਲੇਸ਼ਾਂ ਦੇ ਡੇਰੇ ਸਨ, ਵਾਸ਼ਨਾ ਦੇ, ਦੂਰ ਕਰ ਦਿੱਤੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ। ਸੰਤ ਹੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਾ, ਸਭਨੀ ਜਾਈ। ਧੁਰ ਕੀ ਬਾਣੀ ਆਈ, ਇਹ ਬਾਣੀ ਅੰਦਰ ਆ ਗਈ ਜੀ। ਹੁਣ ਕਾਮ ਕਿੱਥੇ ਆਊ? ਬਾਣੀ ਦਾ ਪ੍ਰਕਾਸ਼ ਹੋ ਗਿਆ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਮੈਂ ਫਿਰ ਅਰਜ਼ ਕਰਾਂ, ਮਹਾਰਾਜ ਕਹਿੰਦੇ ਨੇ ਛੁਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ। ਪਰਾਤ ਅਰਥੇ ਪਰੋ ਕੇ, ਹੇ ਵਾਹਿਗੁਰੂ ਜੀ ਤੁਸੀਂ ਆਪਣੇ ਸ਼ਬਦ ਆਪਣੇ ਚਰਨਾਂ ਨਾਲ ਪਰੋ ਲਿਆ ਸਾਨੂੰ, ਤੇ ਤੇਰੇ ਚਰਨਾਂ ਦੀ ਬਦੌਲਤ ਆ ਮਹਾਬਲੀ ਵਕਾਰਾਂ ਤੋਂ ਬਚਾ ਲਿਆ ਹੈ। ਹਜ਼ੂਰ ਇੱਥੇ ਸ਼ਬਦ ਵਰਤ ਰਿਹਾ, ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ ਤੁਸੀਂ ਇਹਨਾਂ ਵਕਾਰਾਂ ਤੋਂ ਬਚਾਇਆ ਹੈ। ਉਰਜ ਪਰਿਓ ਜਾਲ ਜਗ ਸੁਪਨਾ, ਉਰਜ ਪਰਿਓ ਜਾਲ ਜਗ ਸੁਪਨਾ। ਇਹਦੇ ਅਰਥ ਇਉਂ ਕਰ ਲਈਏ ਕਿ ਜਿਹੜਾ ਜਗਤ ਆ ਸੁਪਨਾ ਰੂਪ ਹੈ, ਕਿਉਂਕਿ ਜਗ ਜੀਵਨ ਐਸਾ ਸੁਪਨੇ ਜੈਸਾ, ਜਿਉਂ ਸੁਪਨਾ ਅਰ ਪੇਖਣਾ ਐਸੇ ਜਾਕੋ ਜਾਨ। ਇਹ ਜਿਹੜਾ ਜਗਤ ਸੁਪਨੇ ਦੀ ਤਰ੍ਹਾਂ ਸੀ ਜੀ, ਮੇਰਾ ਅੰਦਰ ਹਜ਼ੂਰ ਸਾਨੂੰ ਸਮੱਤ ਦੇ ਰਿਹਾ ਕਿ ਇਹ ਅੰਦਰ ਜਿਹੜਾ ਇਹਦੇ ਜਾਲ ਵਿੱਚ ਹੀ ਫਸਿਆ ਹੋਇਆ ਸੀ। ਜਗਤ ਸੁਪਨੇ ਦੀ ਤਰ੍ਹਾਂ ਹੈ, ਇਹਦੇ ਵਿੱਚ ਹੀ ਉਲਝਿਆ ਹੋਇਆ ਸੀ, ਇਹਦੇ ਵਿੱਚ ਹੀ ਫਸਿਆ ਹੋਇਆ ਸੀ। ਤੁਸੀਂ ਕਿਰਪਾ ਕੀਤੀ, ਇਸ ਸਾਰੇ ਜਾਲ ਦੀਆਂ ਤੰਦਾਂ ਤੋੜ ਦਿੱਤੀਆਂ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਜਿਹੜੀ ਗੁਰਸਿੱਖੀ ਹੈ ਨਾ ਗੁਰਮਤਿ ਗੁਰੂ ਗ੍ਰੰਥ ਸਾਹਿਬ ਦੀ, ਉਹ ਸਾਨੂੰ ਅੰਤਲੇ ਸਮੇਂ ਤੱਕ ਵੀ ਨਿਰਾਸ਼ ਨਹੀਂ ਹੋਣ ਦਿੰਦੀ। ਫਿਰ ਅਰਜ਼ ਸੁਣਿਓ, ਮਨ ਚ ਆਉਂਦਾ ਨਾ ਜੀ ਮੈਂ ਆ ਪਾਪ ਕੀਤੇ, ਆ ਗੁਨਾਹ। ਹਰ ਕੱਲ ਵੀ ਕਿਹਾ, ਹਰ ਬੰਦੇ ਨੂੰ ਪਤਾ ਆਪਣੀ ਫੋਟੋ ਦਾ, ਸਭ ਕੋਲ ਅੰਦਰ ਦੀ ਫੋਟੋ ਆਪੋ ਆਪਣੀ ਪਈ ਹੈ। ਮੈਂ ਕੌਣ ਖਾਂ, ਮੈਂ ਕੀ ਕੁਝ ਕੀਤਾ, ਕੀ ਕੁਝ ਸੋਚਿਆ। ਮੰਨ ਲਓ ਇੱਕ ਬੰਦੇ ਦੇ ਮਨ ਚ ਆ ਜਾਂਦਾ ਹੈ ਵੀ ਜਿਹੜੀ ਆਹ ਕਿਰਪਾ ਹੋਈ ਸਾਡੇ ਤੇ ਵੀ ਹੋ ਸਕਦੀ, ਖਾਂ ਅਰਦਾਸ ਕਰੀਏ ਹੋ ਸਕਦੀ। ਮਹਾਰਾਜ ਦਾ ਜਿਹੜਾ ਇਹ ਬਚਨ ਹੈ ਨਾ, ਬਲ ਛੁਟਕਿਓ ਬੰਧਨ ਭਰੇ, ਕਛੂ ਨਾ ਹੋ ਤੂੰ ਪਾਏ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਆਤਮਿਕ ਬਲ ਛੁੱਟ ਗਿਆ, ਸੱਚੀ ਮੁੱਚੀ ਹੁਣ ਕੋਈ ਉਪਾਅ ਨਹੀਂ ਹੋ ਸਕਦਾ। ਬੰਧਨਾਂ ਨੇ ਘੁੱਟ ਕੇ ਜਕੜ ਲਿਆ, ਜਾਲ ਵਿੱਚ ਫਸ ਗਏ, ਜਿਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸੁਪਨਾ ਜਗਤ, ਇਹਦੇ ਮਾਇਆਵੀ ਜਾਲ ਵਿੱਚ ਅਸੀਂ ਫਸੇ ਸਾਂ ਤੇ ਆਪਣਾ ਜਾਣ ਕੇ ਤੁਸੀਂ ਸਾਨੂੰ ਛਡਾ ਲਿਆ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ। ਕਹੋ ਨਾਨਕ ਅਬ ਓਟ ਖਰ ਗਜ ਜਿਉ ਹੋ ਸਹਾਏ। ਕੀ ਇਹ ਹੋ ਸਕਦਾ ਹੈ ਜੀ? ਇਹ ਸੰਭਵ ਹੈ? ਇਹ ਮੁਮਕਿਨ ਹੈ? ਮਹਾਰਾਜ ਕਹਿੰਦੇ ਖਾਂ ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੂੰ ਪਾਏ। ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਏ। ਵਾਹਿਗੁਰੂ ਜੀ ਇਹ ਤੁਹਾਡੇ ਹੱਥ ਦੀਆਂ ਖੇਡਾਂ ਨੇ, ਤੁਸੀਂ ਬੰਧਨ ਕੱਢ ਸਕਦੇ ਹੋ। ਰਹਾਉ ਦੇ ਬਚਨਾਂ ਵਿੱਚ ਮਹਾਰਾਜ ਕਹਿ ਰਹੇ ਨੇ ਤੁਸਾਂ ਨੇ ਆਪਣਾ ਸੇਵਕ ਜਾਣ ਕੇ ਛਡਾ ਲਿਆ। ਜਗਤ ਜਿਹੜਾ ਸੁਪਨਾ ਹੈ, ਇਸ ਦੇ ਮਾਇਆਵੀ ਜਾਲ ਵਿੱਚ ਅਸੀਂ ਫਸੇ ਹੋਏ ਸੀ। ਰਹਾਉ ਪਰਬਤ ਦੋਖ ਮਹਾ ਬਿਕਰਾਲਾ। ਪਰਬਤ ਦੋਖ ਮਹਾ ਬਿਕਰਾਲਾ। ਪਰਬਤ ਦਾ ਲਫ਼ਜ਼ੀ ਅਰਥ ਹੈ ਜੀ ਪਹਾੜ। ਦੋਖ ਦਾ ਅਰਥ ਹੈ ਕੀਤੇ ਹੋਏ ਗੁਨਾਹ, ਕੀਤੇ ਹੋਏ ਪਾਪ। ਮਹਾ ਦਾ ਅਰਥ ਹੈ ਬਹੁਤ ਵੱਡਾ, ਤੇ ਬਿਕਰਾਲਾ ਦਾ ਲਫ਼ਜ਼ੀ ਅਰਥ ਹੈ ਡਰਾਵਣਾ। ਪਰਬਤ ਦੋਖ ਮਹਾ ਬਿਕਰਾਲਾ, ਪਹਾੜ ਜਿੱਡੇ ਕੀਤੇ ਵੱਡੇ ਵੱਡੇ ਪਾਪ। ਫਿਰ ਸੁਣਿਓ, ਕੋਈ ਆਮ ਛੋਟੇ ਨਹੀਂ, ਏਡੇ ਬੱਜਰ ਪਾਪ ਕੀਤੇ, ਏਡੇ ਭਾਰੀ ਗੁਨਾਹ ਕੀਤੇ ਜਿਹੜੇ ਪਹਾੜਾਂ ਜਿੱਡੇ ਵੱਡੇ ਨੇ। ਇਹਦਾ ਮਤਲਬ ਇਹ ਨਹੀਂ ਕੇਵਲ
ਕਿ ਆਕਾਰ ਕਰਕੇ ਵੱਡੇ ਨੇ। ਸਿਰਫ ਇੱਕ ਉਦਾਹਰਨ ਲਈ ਹੈ ਕਿ ਜਿਵੇਂ ਪਹਾੜ ਸਭ ਤੋਂ ਉੱਚਾ ਹੋਵੇ ਤੇ ਜੇ ਕਿਸੇ ਬੰਦੇ ਨੇ ਏਡੇ ਵੱਡੇ ਪਾਪ ਕੀਤੇ ਹੋਣ, ਇਹ ਇੱਕ ਪੈਮਾਨਾ ਲੈ ਲਿਆ ਜੀ ਕਿ ਇੰਨੇ ਸਾਡੇ ਦੋਖ, ਇੰਨੇ ਸਾਡੇ ਗੁਨਾਹ ਜਿਹੜੇ ਪਹਾੜਾਂ ਦੀ ਤਰ੍ਹਾਂ ਉੱਚੇ ਹਨ। ਖਿਨ ਮਹਿ ਦੂਰ ਕੀਏ ਦਇਆਲਾ। ਖਿਨ ਮਹਿ ਦੂਰ ਕੀਏ ਦਇਆਲਾ। ਖਿਨ ਦਾ ਅਰਥ ਆਪਾਂ ਸਮਝਨੇ ਆ ਅੱਖ ਝਮਕਣ ਜਿੰਨਾ ਸਮਾਂ। ਪਿਆਰਿਓ, ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਆ ਸਾਰੇ ਅਨਕ ਬੀਂਗ ਨੇ। ਪਰਬਤ ਦੋਖ ਮਹਾ ਬਕਰਾਲਾ, ਇਹ ਵੀ ਅਨਕ ਬੀਂਗ ਵਿੱਚ ਹੀ ਆਉਂਦਾ। ਇੰਨੇ ਨੇ ਵੱਡੇ ਪਾਪ ਕੀਤੇ, ਇੱਕ ਖਿਨ ਦੇ ਵਿੱਚ ਦਿਆਲੂ ਵਾਹਿਗੁਰੂ ਨਾ ਜੀ ਏਡੇ ਏਡੇ ਕੀਤੇ ਪਾਪ ਵੀ ਸਾੜ ਕੇ ਸੁਆਹ ਕਰ ਦਿੱਤੇ। ਮੇਰੀ ਫਿਰ ਅਰਜ਼, ਏਡੀ ਵੱਡੀ ਕੋਈ ਸਾਨੂੰ ਮਿਲੇਗੀ ਜੀ ਇਹ ਕਿਤੋਂ ਉਦਾਹਰਨ ਕਿ ਪਾਰ ਬ੍ਰਹਮ ਪਰਮੇਸ਼ਵਰ ਇੰਨੀ ਕਿਰਪਾ ਕੀਤੀ। ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਾਰਿਦਰੰਗ ਮਾਂ ਬਖਿਆਦੰਗ। ਏਡੇ ਏਡੇ ਪਾਪ ਕੀਤੇ ਕੌਣ? ਘੋਰ ਦੁਖਿਅੰਗ, ਬਹੁਤ ਭਿਆਨਕ ਦੁੱਖਾਂ ਵਿੱਚ ਬੰਦਾ ਫਸਿਆ ਹੋਵੇ, ਉਹ ਮਾਨਸਿਕ ਹੋਣ ਭਾਵੇਂ ਤਿੰਨਾਂ ਤਾਪਾਂ ਚੋਂ ਕੋਈ ਹੋਵੇ। ਘੋਰ ਦੁਖਿਅੰਗ ਅਨਕ ਹਤਿਅੰਗ, ਪਤਾ ਨਹੀਂ ਕਿੰਨੇ ਕੁ ਕਤਲ ਬੰਦੇ ਨੇ ਕੀਤੇ ਹੋਣ। ਪਰਬਤ ਦੋਖ ਮਹਾ ਬਿਕਰਾਲਾ। ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਾਰਿਦਰੰਗ, ਜਨਮਾਂ ਜਨਮਾਂਤਰਾਂ ਦਾ ਦਰਿਦਰੀ ਹੋਵੇ। ਮਾਂ ਬਿਖਿਆਦੰਗ, ਸੱਚੀ ਮੁੱਚੀ ਵੱਡੇ ਤੋਂ ਵੱਡੇ ਲੜਾਈ ਦੀ ਪਵਾੜੇ ਦੀ ਜਾੜੀ ਬੰਦਾ ਹੋਵੇ, ਵੱਡੇ ਵੱਡੇ ਵਿਖਾਦ ਖੜੇ ਕਰ ਸਕਦਾ ਹੋਵੇ। ਮਹਾਰਾਜ ਕਹਿੰਦੇ ਏਡੇ ਏਡੇ ਪਾਪ ਵੀ ਖਤਮ ਹੋ ਜਾਂਦੇ ਨੇ। ਕਿਵੇਂ ਜੀ? ਹਜ਼ੂਰ ਕਹਿੰਦੇ ਨੇ ਜਿਵੇਂ ਲੱਕੜਾਂ ਦੀ ਢੇਰ ਨੂੰ ਇੱਕ ਅੱਗ ਦੀ ਚਿੰਗਾਰੀ ਲਾ ਦਿਓ ਤੇ ਕਰੋੜਾਂ ਮਣ ਲੱਕੜ ਸੜ ਕੇ ਰਾਖ ਹੋ ਜਾਂਦੀ ਏ। ਇਹਨੇ ਕੀਤੇ ਹੁਣ ਪਾਪ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਇੱਕ ਕਿਣਕਾ ਗੁਰੂ ਅੰਦਰ ਵਸਾ ਦੇ ਤੇ ਸਾਰੇ ਪਾਪ ਵੀ ਸੜ ਕੇ ਰਾਖ ਹੋ ਜਾਂਦੇ ਆ। ਘੋਰ ਦੁਖਿਅੰਗ ਅਨਕ ਹਤਿਅੰਗ ਦਨਮ ਦਰਿਦਰੰਗ ਮਾਂ ਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਇਹ ਮਿਟ ਜਾਂਦੇ ਨੇ। ਪਰਬਤ ਦੋਖ ਮਹਾ ਬਿਕਰਾਲਾ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਜੈਸੇ ਪਾਵਕ ਕਾਸਟ ਭਸਮੰ ਕਰੋਤ, ਜਿਵੇਂ ਅੱਗ ਲੱਕੜ ਨੂੰ ਲੱਗੇ ਉਹਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਸੋਗ ਰੋਗ ਵਿਪਤ ਅਤ ਭਾਰੀ। ਸੋਗ ਰੋਗ, ਸੋਗ ਦਾ ਅਰਥ ਹੈ ਗਮ, ਚਿੰਤਾ ਲੱਗੀ ਰਹਿਣੀ। ਰੋਗ ਦਾ ਅਰਥ ਹੈ ਬਿਮਾਰੀ। ਦੁਬਾਰਾ ਤੁਕਸ ਪੜੋ ਜੀ। ਸੋਗ ਰੋਗ ਵਿਪਤ ਅਤ ਭਾਰੀ। ਤਿੰਨ ਸ਼ਬਦ ਵਰਤਿਆ, ਸੋਗ ਰੋਗ ਵਿਪਤ, ਤੇ ਅਗਲਾ ਸ਼ਬਦ ਵਰਤਿਆ ਅਤ ਭਾਰੀ। ਸੋਗ ਦਾ ਅਰਥ ਗਮੀ, ਅੰਦਰ ਚਿੰਤਾ, ਡਿਪਰੈਸ਼ਨ 'ਚ ਬੰਦਾ ਚਲਾ ਗਿਆ, ਐਵੇਂ ਸਾਰਾ ਦਿਨ ਚਿੰਤਾ ਤੋਂ। ਕਈ ਬੰਦਿਆਂ ਨੂੰ ਬਿਮਾਰੀ ਕੋਈ ਨਹੀਂ ਹੁੰਦੀ ਫਿਜ਼ੀਕਲ, ਪਰ ਮਾਨਸਿਕ ਤੌਰ 'ਤੇ ਗਮਗੀਨ ਰਹਿੰਦੇ ਆ, ਨੈਗੇਟਿਵ ਹੀ ਸੋਚੀ ਜਾਂਦੇ ਆ ਨਾ। ਦੂਜਾ ਗੱਲ ਮਹਾਰਾਜ ਕਹਿੰਦੇ ਰੋਗ, ਕੋਈ ਬਿਮਾਰੀ ਲੱਗ ਜਾਏ। ਸੋਗ ਦਾ ਸੰਬੰਧ ਮਾਨਸਿਕ ਪਰੇਸ਼ਾਨੀ ਤੇ ਰੋਗ ਤੁਹਾਨੂੰ ਕਿਉਂ ਲੱਗ ਗਿਆ? ਸੋਗ ਰੋਗ ਵਿਪਤ, ਵਿਪਤ ਦਾ ਅਰਥ ਮੁਸੀਬਤ, ਕੋਈ ਬੰਦੇ ਤੇ ਭੀੜਾ ਬਣੇ। ਅਤ ਭਾਰੀ ਤੇ ਆਮ ਛੋਟੀ ਮੋਟੀ ਨਹੀਂ, ਇਲਾਜ ਹੀ ਕੋਈ ਨਾ ਹੋਵੇ, ਗਮਗੀਨ ਵੀ ਹੋਵੇ, ਰੋਗ ਦਾ ਗਰਸਿਆ ਵੀ ਹੋਵੇ ਤੇ ਅਤ ਦੀ ਮੁਸੀਬਤ ਦਾ ਮਾਰਿਆ ਵੀ ਹੋਵੇ। ਦੂਰ ਭਈ ਜਪ ਨਾਮ ਮੁਰਾਰੀ। ਇਹ ਮਹਾਰਾਜ ਆਪਣੇ ਤੇ ਵਰਦੇ, ਦੂਰ ਭਈ ਜਪ ਨਾਮ ਮੁਰਾਰੀ। ਜਿਹੜਾ ਅਤ ਭਾਰੀ ਸਾਡੇ ਤੇ ਸੋਗ ਸੀ, ਰੋਗ ਸੀ, ਮੁਸੀਬਤ ਸੀ, ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਨਾ ਜੀ, ਇਹ ਸਿਮਰਨ ਨੇ ਸਾਰਿਆਂ ਤੋਂ ਖਹਿੜਾ ਛਡਾ ਦਿੱਤਾ। ਉਹਦੀ ਬੰਦੀ ਕਰ। ਵੈਸੇ ਮੁਰਾਰੀ ਦਾ ਲਫ਼ਜ਼ੀ ਅਰਥ ਹੈ ਜੀ ਮੁਰ ਦੈਤ ਨੂੰ ਮਾਰਨ ਵਾਲਾ। ਇਹ ਕ੍ਰਿਸ਼ਨ ਜੀ ਲਈ ਵਰਤਿਆ ਜਾਂਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਜਿਹੜੇ ਨੇ ਪਾਰ ਬ੍ਰਹਮ ਪਰਮੇਸ਼ਵਰ ਲਈ ਵਰਤੇ ਗਏ। ਅਤ ਦਾ ਸੋਗ, ਅਤ ਦਾ ਰੋਗ, ਅਤ ਦੀ ਮੁਸੀਬਤ, ਅਤ ਦੇ ਭਾਰੀ ਜਿਹੜੇ ਇਹ ਗੁਨਾਹ ਨੇ। ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਨਾਮ ਜਪਿਆ, ਇਹਨਾਂ ਤੋਂ ਖਹਿੜਾ ਛੁੱਟਿਆ ਹੈ। ਦ੍ਰਿਸ਼ਟ ਧਾਰ ਲੀਨੋ ਲੜ ਲਾਏ। ਇਹ ਸੱਚੇ ਪਾਤਸ਼ਾਹ ਜੀ, ਇਹ ਸਾਰੀ ਐਡੀ ਵੱਡੀ ਕਿਰਪਾ ਕਿਵੇਂ ਹੋ ਗਈ ਜੀ? ਅੱਗੇ ਮਹਾਰਾਜ ਕਹਿੰਦੇ ਦ੍ਰਿਸ਼ਟ ਧਾਰ। ਦ੍ਰਿਸ਼ਟ ਦਾ ਅਰਥ ਆਪਾਂ ਕਰਾਂਗੇ ਨਦਰ, ਜਿਹਨੂੰ ਸ਼ਬਦ ਨਜ਼ਰ ਵਰਤਦੇ ਆ ਜੀ। ਦ੍ਰਿਸ਼ਟ ਧਾਰ, ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੀ ਦ੍ਰਿਸ਼ਟੀ ਕੀਤੀ, ਆਪਣੀ ਨਜ਼ਰੇ ਕਰਮ ਕੀਤੀ।
ਲੀਨੋ ਲੜ ਲਾਏ। ਸਾਨੂੰ ਆਪਣੇ ਲੜ ਦੇ ਨਾਲ ਲਾ ਲਿਆ। ਗੁਰਮੁਖੋ ਇਸ ਨੂੰ ਸੁਣਿਓ, ਜਿਹਨੂੰ ਲੜ ਰੱਬ ਦਾ ਪਕੜਾ ਦਿੱਤਾ ਜਾਏ, ਕਿਉਂਕਿ ਜਿਹਦਾ ਲੜ ਪਕੜਿਆ ਹੋਵੇ ਤੇ ਚੱਲਣ ਵਾਲਾ ਬਿਲਕੁਲ ਠੀਕ ਹੋਵੇ ਤੇ ਬੰਦਾ ਕਦੀ ਡਿੱਗਦਾ ਨਹੀਂ, ਤਿਲਕਦਾ ਨਹੀਂ। ਇਹ ਦੁਨਿਆਵੀ ਉਦਾਹਰਨ ਹੈ। ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹਨੇ ਲੜ ਪਕੜ ਲਿਆ ਉਹਨੇ ਕਿੱਥੇ ਡਿੱਗਣਾ ਹੈ, ਤੇ ਉਹ ਲੜ ਪਕੜਿਆ ਹੋਇਆਂ ਦੀ ਲਾਜ ਜ਼ਰੂਰ ਰੱਖਦਾ ਹੈ। ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਨੇ ਦ੍ਰਿਸ਼ਟੀ ਕੀਤੀ, ਉਹਦੀ ਕਿਰਪਾ ਦ੍ਰਿਸ਼ਟੀ ਨਾਲ ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ। ਵਾਹਿਗੁਰੂ ਜੀ ਨੇ ਆਪ ਆਪਣੀ ਨਜ਼ਰ ਕਰਕੇ ਆਪਣੇ ਲੜ ਨਾਲ ਲਾ ਲਿਆ। ਉਹ ਪਰਮਾਤਮਾ ਦੇ ਘਰ ਦੇ ਦਰਵੇਸ਼ ਨੇ। ਪਰਮਾਤਮਾ ਨੇ ਮਿਹਰ ਕੀਤੀ, ਆਪਣੇ ਲੜ ਨਾਲ ਆਪਣੇ ਨਾਲ ਜੋੜਿਆ ਹੈ। ਹਰ ਚਰਨ ਗਹੇ ਨਾਨਕ ਸਰਣਾਏ। ਧੰਨ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ ਆਪਣੇ ਲੜ ਨਾਲ ਲਾਇਆ, ਆਪਣੇ ਤੇ ਟੁਕਾ ਕੇ ਕਹਿ ਰਿਹਾ ਅਸੀਂ ਪਰਮਾਤਮਾ ਦੀ ਸ਼ਰਨ ਵਿੱਚ ਗਏ। ਆਪ ਹੀ ਨਦਰ ਨਾਲ ਲੜ ਲਾ ਕੇ ਸ਼ਰਨ ਚ ਲੈ ਗਏ ਤੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਘੁੱਟ ਕੇ ਸ਼ਰਨ ਪਕੜ ਲਏ। ਇਹ ਸਾਰੇ ਸ਼ਬਦ 'ਚ ਸਤਿਗੁਰੂ ਨੇ ਸਾਨੂੰ ਇਹ ਉਪਦੇਸ਼ ਦ੍ਰਿੜ ਕਰਾਇਆ। ਗੁਰਮੁਖੋ, ਜਿਹੜੇ ਅੰਦਰ ਦੇ ਔਗਣ ਨੇ ਨਾ, ਜੋ ਮਰਜ਼ੀ ਬੰਦਾ ਕਰੀ ਜਾਏ, ਆਪਣੀ ਤਾਕਤ ਨਾਲ ਕਦੇ ਨਹੀਂ ਜਾਣੇ। ਹਾਂ, ਉਹ ਆਪਣਾ ਬਣਾ ਲੈ ਤੇ ਔਗਣ ਨੇੜੇ ਰਹਿਣਾ ਕੋਈ ਨਹੀਂ। ਇਸੇ ਕਰਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਰੋਜ਼ਾਨਾ ਮੈਂ ਕਹਿੰਦਾ ਮੁੱਦਤਾਂ ਹੋ ਗਈਆਂ, ਇੱਕ ਅਰਦਾਸ ਸਾਰੀ ਸੰਗਤ ਮਹਾਰਾਜ ਦੇ ਚਰਨਾਂ 'ਚ ਕਰਦੀ ਹੈ। ਤੇ ਸਾਨੂੰ ਵੀ ਚਾਹੀਦਾ ਜਿਹੜਾ ਅਸੀਂ ਅੱਜ ਪਾਠ ਵੀ ਕੀਤਾ, ਮੰਗਲ ਵੀ ਕੀਤਾ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਤੁਹਾਡੀ ਚਰਨ ਸ਼ਰਨ ਹੀ ਬਚਾ ਸਕਦੀ ਹੈ। ਸਾਡੇ 'ਚ ਇੱਕ ਵੀ ਗੁਣ ਨਹੀਂ, ਸਿਰਫ ਔਗਣ ਹੀ ਔਗਣ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਬੜਾ ਵੱਡਾ ਔਗਣ ਹੈ। ਨਾਮ ਅੰਮ੍ਰਿਤ ਨੂੰ ਛੱਡ ਦਿੱਤਾ ਤੇ ਵਾਸ਼ਨਾ ਦੀ ਜ਼ਹਿਰ ਦਿਨ ਰਾਤ ਖਾ ਰਹੇ ਖਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ। ਮਾਇਆ ਮੋਹ ਭਰਮ ਪੈ ਭੂਲੇ। ਆ ਭਟਕੇ ਆਏ ਤਾਂ ਸਾਰੇ ਬੀਂਗ ਨੇ, ਮਾਇਆ ਦੇ ਮੋਹ ਵਿੱਚ ਭੁੱਲ ਗਏ ਹਾਂ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਪੁੱਤਰ ਤੇ ਇਸਤਰੀ ਨਾਲ ਮੁਹੱਬਤ ਹੈ। ਅੱਗੇ ਪਰ ਬੜਾ ਪਿਆਰਾ ਬਚਨ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਇੱਕ ਸਭ ਤੋਂ ਸ੍ਰੇਸ਼ਟ ਪੰਥ ਉਹ ਹੈ ਗੁਰੂ ਨਾਨਕ ਸਾਹਿਬ ਦੀ ਸੰਗਤ, ਸਤਿਗੁਰਾਂ ਦੀ ਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੀ ਮਿਲੰਤ ਜਮ ਤਰਾਸ ਮਿਟਾਈ। ਜਿਨ੍ਹਾਂ ਨੂੰ ਮਿਲ ਕੇ ਜਮਾਂ ਦਾ ਭੈ ਵੀ ਖਤਮ ਹੋ ਗਿਆ। ਇੱਕ ਅਰਦਾਸ ਪਾਠ ਕੀਰਤ ਕੀ। ਪਾਠ ਕੀਰਤ ਜੀ ਕਹਿ ਰਿਹਾ ਗੁਰੂ ਰਾਮਦਾਸ ਜੀ, ਇੱਕ ਸਾਡੀ ਬੇਨਤੀ ਹੈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ। ਅੱਜ ਦੇ ਸ਼ਬਦ ਵਿੱਚ ਬਸ ਉਹ ਖੇੜਾ ਹੈ ਜੀ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਦੂਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹੁਣ ਘਰ ਜਿਹੜਾ ਇਹ ਪਰਮਾਤਮਾ ਦਾ ਮੰਦਰ ਗੁਰਦੁਆਰਾ ਬਣ ਗਿਆ। ਆਓ ਥੋੜਾ ਜਿਹਾ ਸਮਾਂ ਸਿਰਫ ਨਾਮ ਜਪ ਕੇ ਜੀ ਰੋਜ਼ 5-7 ਮਿੰਟ 4-5 ਮਿੰਟ ਹਾਜ਼ਰੀ ਆਪਾਂ ਲਵਾਵਾਂ ਕਰਾਂਗੇ। ਸਾਰੇ ਇਕੱਠੀ ਬੋਲਿਓ ਜੀ, ਅੱਜ ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਉੱਚੀ ਆਵਾਜ਼ ਵਿੱਚ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਮੇਰੇ ਤੋਂ ਬੋਲਦਿਆਂ ਬਾਣੀ ਪ੍ਰਮਾਣ ਦਿੰਦਿਆਂ ਉਚਾਰਨ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ ਦੇਣਾ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ ਬੁੱਧਵਾਰ ਤੇ ਐਤਵਾਰ। ਤੁਹਾਡੇ ਚਰਨਾਂ 'ਚ ਬੇਨਤੀ ਹੈ ਜਿੱਥੇ ਜਿੱਥੇ ਵੀ ਆਪ ਜੀ ਬੈਠੇ ਹੋ ਅੰਮ੍ਰਿਤਧਾਰੀ ਹੋਈਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਰਹਿਤ ਨੂੰ ਕਮਾਈਏ। ਗੁਰੂ ਰਾਮਦਾਸ ਜੀ ਦਾ ਪੁਰਬ ਆ ਰਿਹਾ। ਆਪ ਜੀ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤਪਾਨ ਨਹੀਂ ਕੀਤਾ ਸਤਿਗੁਰੂ ਦੀ ਕਿਰਪਾ ਲਈਏ। ਅੰਤਲੇ ਬਚਨ ਭਾਈ ਸਾਹਿਬ ਤੋਂ ਸਰਵਣ ਕਰੀਏ ਜੀ। ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।